ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਭ ਸੰਗਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜੀਵਨ ਸਾਖੀ ਰੂਪ ਦੇ ਵਿੱਚ ਸਰਵਣ ਕਰ ਰਹੇ ਹੋ। ਆਪ ਜੀ ਨੇ ਪਿੱਛੇ ਵੀ ਪ੍ਰਸੰਗ ਸਰਵਣ ਕੀਤਾ ਹੈ ਕਿ ਮਹਿਤਾ ਕਾਲੂ ਜੀ ਪਰਿਵਾਰ ਅਤੇ ਜੋ ਉਹਨਾਂ ਦੇ ਕੁਲ ਦੇ ਪੁਰੋਹਿਤ ਹਨ ਹਰਦਿਆਲ ਦਾਸ ਪੰਡਤ ਜੀ, ਉਹ ਚਾਹੁੰਦੇ ਹਨ ਕਿ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਜਨੇਊ ਪਵਾਇਆ ਜਾਵੇ। ਤਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਵਾਲ ਖੜਾ ਕੀਤਾ, ਜੇਕਰ ਮੈਂ ਜਨੇਊ ਪਾਉਂਦਾ ਹਾਂ ਤਾਂ ਕੀ ਵੱਧ ਜਾਵੇਗਾ? ਜੇਕਰ ਮੈਂ ਜਨੇਊ ਨਹੀਂ ਪਾਉਂਦਾ ਤਾਂ ਜੀਵਨ ਦੇ ਵਿੱਚ ਕੀ ਘਾਟ ਰਹੇਗੀ? ਕੀ ਇਹ ਜਨੇਊ ਮੇਰੇ ਪਾਉਣ ਨਾਲ ਮੇਰੀ ਦਰਗਾਹ ਤੱਕ ਮੇਰੇ ਨਾਲ ਨਿਭੇਗਾ? ਕੀ ਜਨੇਊ ਪਾਉਣ ਦੇ ਨਾਲ ਮੇਰੇ ਅੰਦਰੋਂ 5 ਵਿਕਾਰਾਂ ਦਾ ਨਾਸ ਹੋ ਜਾਵੇਗਾ? ਕੀ ਜਨੇਊ ਪਾਉਣ ਦੇ ਨਾਲ ਮੇਰਾ ਧਰਮ ਰਾਜੇ ਤੋਂ ਖਹਿੜਾ ਛੁੱਟ ਜਾਵੇਗਾ? 3 ਗੁਣਾਂ ਦਾ ਨਾਸ ਹੋ ਜਾਵੇਗਾ? ਦੱਸੋ ਪੰਡਿਤ ਜੀ, ਇਹ ਜਨੇਊ ਪਾਉਣ ਦਾ ਕੀ ਲਾਭ ਹੈ ਔਰ ਜਨੇਊ ਨਾ ਪਾਉਣ ਦਾ ਕੀ ਨੁਕਸਾਨ ਹੈ? ਜੋ ਇਸ ਪ੍ਰਕਾਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਵਾਲ ਕੀਤੇ ਤਾਂ ਸਾਰੇ ਚੁੱਪ ਹੋ ਗਏ। ਤਾਂ ਉਸ ਵੇਲੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਹਾ, ਭਾਈ ਜੇ ਕੋਈ ਧਾਰਮਿਕ ਚਿੰਨ੍ਹ ਧਾਰਨ ਕਰੀਦਾ ਹੁੰਦਾ ਹੈ ਉਹਦਾ ਕੋਈ ਅਰਥ ਹੁੰਦਾ ਹੈ। ਜਿਵੇਂ ਆਪਾਂ 5 ਕਕਾਰਨ ਧਾਰਨ ਕਰਦੇ ਹਾਂ, ਇਹ ਆਪਣੀ ਵਰਦੀ ਹੈ। ਇਸੇ ਤਰ੍ਹਾਂ ਹਿੰਦੂ ਵੀਰਾਂ ਦੀ ਆਪਣੀ ਵਰਦੀ ਹੈ ਧਰਮ ਅਨੁਸਾਰ, ਮੁਸਲਮਾਨ ਵੀਰਾਂ ਦੀ ਆਪਣੀ ਵਰਦੀ ਹੈ, ਪਰ ਇਹ ਵਰਦੀ ਦਾ ਵੀ ਕੁਛ ਕਾਰਨ ਹੈ ਪਵਾਉਣ ਦਾ। ਜੇ ਉਹੀ ਨਹੀਂ ਆਪਾਂ ਨੂੰ ਪਤਾ ਵੀ ਇਹ ਵਰਦੀ ਕਿਉਂ ਪਵਾਈ ਹੈ ਤਾਂ ਫਿਰ ਤਾਂ ਵਿਅਰਥ ਹੀ ਹੈ ਕੰਮ। ਜਾਂ ਸਮਝ ਜਾਵੇ ਬੰਦਾ ਵੀ ਇਹ ਵਰਦੀ ਪਾ ਕੇ ਮੈਂ ਮੁਕਤ ਹੋ ਗਿਆ। ਜਿਵੇਂ ਇਨਸਾਨ ਜਾਣੇ ਕਿ ਮੈਂ 5 ਕਕਾਰ ਧਾਰਨ ਕਰ ਲਏ ਨੇ, ਹੁਣ ਮੈਂ ਬਾਣੀ ਨਾ ਪੜ੍ਹਾਂ, ਗੁਰੂ ਕੇ ਹੁਕਮ ਨੂੰ ਨਾ ਕਮਾਵਾਂ, ਗੁਰੂ ਕੇ ਹੁਕਮ ਨੂੰ ਨਾ ਕਮਾਵਾਂ, ਬਾਣੀ ਨਾ ਪੜ੍ਹਾਂ, ਕਿ ਮੇਰੀ ਬੰਦ ਖਲਾਸੀ ਹੋ ਜਾਵੇਗੀ? ਨਹੀਂ ਹੋਵੇਗੀ। ਜਦੋਂ ਤੱਕ ਗੁਰੂ ਕੇ ਉਪਦੇਸ਼ ਨੂੰ ਮੰਨੂਗਾ ਨਹੀਂ, ਗੁਰੂ ਕੇ ਹੁਕਮ ਨੂੰ ਕਮਾਵੇਗਾ ਨਹੀਂ, ਬੰਦ ਖਲਾਸੀ ਕਿਵੇਂ ਹੋ ਜਾਏਗੀ? ਸੋ ਇਸ ਪ੍ਰਕਾਰ ਗੁਰੂ ਮਹਾਰਾਜ ਜੀ ਹੁਣ ਉਪਦੇਸ਼ ਕਰਨ ਲੱਗੇ ਨੇ। ਸ਼ਬਦ ਦਾ ਲਾਸਟ ਪਦਾ ਮਹਾਰਾਜ ਜੀ ਕਹਿੰਦੇ ਨੇ, ਸ੍ਰੀ ਮੁਖ ਵਾਕ। ਹਾਂਜੀ, ਸ੍ਰੀ ਮੁਖ ਵਾਕ ਨਾਇ ਮੰਨਿਐ ਪਤੀ ਉਪਜੈ ਸਾਲਾਹੀ ਸਚ ਸੂਤ। ਹੁਣ ਮਹਾਰਾਜ ਜੀ ਕਹਿੰਦੇ ਨਾਮ ਤੇ ਭਰੋਸਾ ਲਿਆਉਣ ਵਾਸਤੇ ਕਿ ਭਾਈ ਨਾਮ ਤੇ ਭਰੋਸਾ ਲਿਆਓ ਪਰਮੇਸ਼ਰ ਦੇ। ਨਾਮ ਤੇ ਭਰੋਸਾ ਲਿਆਉਣ ਦੇ ਨਾਲ ਇੱਜ਼ਤ ਪੱਤ ਪੈਦਾ ਹੁੰਦੀ ਹੈ। ਇਸ ਸੰਸਾਰ ਦੇ ਵਿੱਚ ਵੀ ਨਾਮ ਅੰਦਰੋਂ 5 ਵਿਕਾਰਾਂ ਨੂੰ ਨਾਸ ਕਰਨ ਨੂੰ ਸਮਰੱਥ ਹੈ। ਬੁਢਾਪੇ ਦੇ ਵਿੱਚ ਵਾਸ਼ਨਾਵਾਂ ਨੂੰ ਤੇਰੇ ਹਿਰਦੇ ਵਿੱਚ ਜਿੰਨੀਆਂ ਵੱਧ ਜਾਂਦੀਆਂ ਨੇ ਉਹਨਾਂ ਨੂੰ ਸ਼ਾਂਤ ਕਰਨ ਨੂੰ ਨਾਮ
ਸਮਰੱਥ ਹੈ। ਅੰਤ ਵੇਲੇ ਤੈਨੂੰ ਜਮਾਂ ਤੋਂ ਛੁਡਾਉਣ ਵਾਸਤੇ ਨਾਮ ਸਮਰੱਥ ਹੈ। ਔਰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਜਿੱਥੋਂ ਧਰਮ ਰਾਜਾ ਤੇਰੇ ਤੋਂ ਹਿਸਾਬ ਮੰਗੇਗਾ, ਉੱਥੇ ਜਪਿਆ ਹੋਇਆ ਨਾਮ ਤੈਨੂੰ ਛੁਡਾ ਲੇਗਾ। ਪਰਮੇਸ਼ਰ ਦੀ ਦਰਗਾਹ ਦੇ ਵਿੱਚ ਇੱਜ਼ਤ ਮਾਣ ਪ੍ਰਾਪਤ ਕਰੇਗਾ। ਪਹਿਲਾਂ ਤਾਂ ਇੱਥੇ ਹੀ ਦੁਨੀਆ ਦੇ ਵਿੱਚ ਇੱਜ਼ਤ ਮਾਣ ਪ੍ਰਾਪਤ ਕਰਦਾ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਸਾਰਾ ਜਹਾਨ ਉਹਦੀ ਵਡਿਆਈ ਕਰਦਾ ਜਿਹੜਾ ਸੱਚੇ ਮਾਰਗ 'ਤੇ ਚੱਲਦਾ। ਸੋ ਇਸ ਤਰ੍ਹਾਂ ਕਰਕੇ ਮਹਾਰਾਜ ਕਹਿੰਦੇ ਸੱਚ ਦਾ ਜਨੇਊ ਪਾਓ। ਪਾਧਾ ਜੀ ਪਰਮੇਸ਼ਰ ਦੇ ਨਾਮ ਦਾ ਜਨੇਊ ਪਾਓ। ਠੀਕ ਹੈ, ਧਾਰਮਿਕ ਚਿੰਨ੍ਹ ਧਾਰਨ ਕਰ ਲਏ, ਪਰ ਮਨ ਨੂੰ ਵੀ ਸੱਚਾ ਜਨੇਊ ਪਵਾਓ। ਸਰੀਰ ਨੂੰ ਤਾਂ ਜਨੇਊ ਪਾ ਲਿਆ, ਠੀਕ ਹੈ, ਹੁਣ ਮਨ ਨੂੰ ਬੁਰਾਈਆਂ ਵੱਲੋਂ ਰੋਕੋ ਨਾ। ਮਨ ਨੂੰ ਪਰਮੇਸ਼ਰ ਦੇ ਰਾਹ 'ਤੇ ਚਲਾਓ, ਪਰਮੇਸ਼ਰ ਦੇ ਨਾਮ ਨਾਲ ਜੋੜੋ। ਇਸ ਤਰ੍ਹਾਂ ਮਹਾਰਾਜ ਜੀ ਬਚਨ ਕਰ ਰਹੇ ਹਨ। ਦਰਗਹ ਅੰਦਰ ਪਾਈਐ ਤਗ ਨ ਟੂਟ ਸਪੂਤ। ਇਹੋ ਜਿਹਾ ਜਿਹੜਾ ਜਨੇਊ ਪਾਉਂਗੇ ਇਹ ਫਿਰ ਦਰਗਾਹ ਤੱਕ ਨਿਵੇਗਾ। ਸੱਚ ਦਾ ਸੂਤ ਦਾ ਜਿਹੜਾ ਜਨੇਊ ਪਾਣਾ ਹੈ ਇਹ ਦਰਗਾਹ ਤੱਕ ਨਿਭਦਾ ਹੈ। ਜਿਹੜਾ ਇਹ ਪਾਇਆ ਜਨੇਊ ਇਹ ਤਾਂ ਇੱਥੇ ਸਰੀਰ ਦੇ ਨਾਲ ਨਾਸ ਹੋ ਜਾਂਦਾ ਜਦੋਂ ਸਰੀਰ ਅਗਨ ਦੇ ਵਿੱਚ ਭੇਟਾ ਹੁੰਦਾ ਹੈ। ਇਸ ਤਰ੍ਹਾਂ ਮਹਾਰਾਜ ਜੀ ਕਹਿਣ ਲੱਗੇ। ਚੌਪਈ ਜਿਨ ਅਸ ਪਾਇਓ ਜਗ ਪਵਿੱਤਾ। ਹਾਂ, ਮਹਾਰਾਜ ਕਹਿੰਦੇ ਜਿਨ੍ਹਾਂ ਨੇ ਐਸਾ ਜਨੇਊ ਪਾਇਆ ਭਾਈ ਸੱਚ ਦਾ, ਪਰਮੇਸ਼ਰ ਦੇ ਨਾਮ ਦਾ ਜਨੇਊ, ਪਰਮੇਸ਼ਰ ਦੇ ਜਸ ਦਾ ਜਨੇਊ, ਸੋ ਸਭ ਥਾਨ ਵਿਖੈ ਨਿਰਪੀਤਾ। ਉਹਦਾ ਸਭ ਥਾਈਂ ਇਹ ਪਰਮੇਸ਼ਰ ਦਾ ਜਨੇਊ ਨਿਭਦਾ ਹੈ ਨਾਮ ਦਾ। ਜਹਾਂ ਜਾਏ ਤਹ ਆਦਰ ਪਾਵਾ। ਜਿੱਥੇ ਵੀ ਜਾਂਦਾ ਉੱਥੇ ਹੀ ਆਦਰ ਪ੍ਰਾਪਤ ਕਰਦਾ ਜਿਹਦੇ ਹਿਰਦੇ ਵਿੱਚ ਪਰਮੇਸ਼ਰ ਦਾ ਸੱਚਾ ਨਾਮ ਰੂਪੀ ਜਨੇਊ ਹੈ। ਸਭ ਸ਼ੋਭਾ ਸੰਯੁਤ ਜਸ ਗਾਵਾ। ਸਾਰੇ ਸੋਭਾ ਵੀ ਹੁੰਦੀ ਹੈ ਤੇ ਸਾਰੇ ਜਸ ਦੀ ਵੀ ਪ੍ਰਾਪਤੀ ਹੁੰਦੀ ਹੈ। ਚੌਪਈ ਭਗਤ ਨ ਹੋਏ ਸੰਗ ਰਹਿ ਸੋਊ। ਤਾਂ ਮਹਾਰਾਜ ਕਹਿਣ ਲੱਗੇ ਭਾਈ ਭਗਤਾਂ ਦੇ ਅੰਦਰ ਪਰਮੇਸ਼ਰ ਦੇ ਸੱਚੇ ਨਾਮ ਦਾ ਜਨੇਊ ਹਮੇਸ਼ਾ ਰਹਿੰਦਾ, ਉਹ ਕਦੇ ਟੁੱਟਦਾ ਨਹੀਂ, ਹਮੇਸ਼ਾ ਉਹਨਾਂ ਦੇ ਹਿਰਦੇ ਅੰਦਰ ਰਹਿੰਦਾ ਹੈ। ਭਾਗ ਜਗੇ ਤੇ ਪਹਿਰੈ ਕੋ। ਪਰ ਇਹ ਸੱਚੇ ਜਨੇਊ ਨੂੰ ਕੋਈ ਵੱਡੇ ਭਾਗਾਂ ਵਾਲਾ ਪਾਉਂਦਾ ਹੈ। ਜਿਵੇਂ 5 ਕਕਾਰ ਤਾਂ ਹਰ ਕੋਈ ਧਾਰਨ ਕਰ ਲੈਂਦਾ ਹੈ, ਸੁਨਤ ਕਰਾ ਕੇ ਮੁਸਲਮਾਨ ਕਹਾਉਣ ਦਾ ਹੱਕਦਾਰ ਹਰ ਕੋਈ ਬਣ ਜਾਂਦਾ ਹੈ। ਹਿੰਦੂ ਵੀ ਜਨੇਊ ਪਾ ਕੇ ਕਹਿੰਦੇ ਨੇ ਵੀ ਅਸੀਂ ਹਿੰਦੂ ਬਣ ਗਏ, ਪਰ ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਦੇ ਸੱਚੇ ਨਾਮ ਨੂੰ ਹਿਰਦੇ ਵਿੱਚ ਵਸਾਉਣਾ ਹੈ, ਉਹ ਸੱਚੀ ਸਿੱਖਿਆ ਨੂੰ ਹਿਰਦੇ ਵਿੱਚ ਵਸਾ ਕੇ ਉਹਦੇ ਅਨੁਸਾਰ ਆਪਣੇ ਮਨ ਨੂੰ ਚਲਾਉਣਾ, ਬੁਰਾਈ ਅੰਦਰੋਂ ਖਤਮ ਕਰਨੀ, 5 ਵਿਕਾਰਾਂ ਤੋਂ ਰਹਿਤ ਹੋਣਾ, ਝੂਠ ਤੋਂ, ਨਿੰਦਿਆ ਤੋਂ, ਫਰੇਬ ਤੋਂ, ਧੋਖੇਬਾਜ਼ੀਆਂ ਤੋਂ, ਮਨ ਦੀ ਚੰਚਲਤਾਈਆਂ ਤੋਂ, ਕਪਟਾਂ ਤੋਂ। ਇਹ ਚੀਜ਼ ਜਿਹੜੀ ਹੈ ਇਹ ਸੱਚਾ ਪਰਮੇਸ਼ਰ ਦਾ ਭੇਖ ਧਾਰਨ ਕਰਨਾ ਹੈ। ਦੁਨੀਆ ਚੋਲੇ ਪਾ ਲੈਂਦੀ ਹੈ, ਭੇਖ ਬਣਾ ਲੈਂਦੀ ਹੈ, ਬਾਣਾ ਵੀ ਪਾ ਲੂਗੀ, ਤਿਲਕ ਵੀ ਲਾ ਲੂਗੀ, ਗਲ ਵਿੱਚ ਲੰਬੀ ਬਾਲਾ ਵੀ ਪਾ ਲੂਗੀ, ਪਰ ਉਹ ਪਰਮੇਸ਼ਰ ਦਾ ਡਰ ਔਰ ਪਰਮੇਸ਼ਰ ਦਾ ਭੈ ਨਹੀਂ ਹਿਰਦੇ ਵਿੱਚ ਧਾਰਨ ਕਰ ਸਕਦੇ। ਇਹ ਬਿਰਲੇ ਦੇ ਗੱਲ ਹਿੱਸੇ ਆਉਂਦੀ ਹੈ। ਭੇਖਧਾਰੀ ਬਹੁਤ ਹੈ ਪਰ ਕਰਨੀ ਕਮਾਈ ਵਾਲਾ ਕੋਈ ਬਿਰਲਾ ਪੁਰਸ਼ ਹੁੰਦਾ ਹੈ ਜਿਹਦੀ ਕਹਿਣੀ ਔਰ ਕਥਨੀ ਇੱਕ ਬਰਾਬਰ ਹੁੰਦੀ ਹੈ। ਜੋ ਕਹਿੰਦਾ ਉਹਨੇ ਪਹਿਲਾਂ ਆਪ ਕਮਾਇਆ ਹੁੰਦਾ, ਨਹੀਂ ਗੱਲਾਂ ਬਾੜੇ ਹਨ ਕਨੇਰੇ। ਸੋ ਇਸ ਤਰ੍ਹਾਂ ਮਹਾਰਾਜ ਜੀ ਉਪਦੇਸ਼ ਕਰ ਰਹੇ ਹਨ। ਕਾਮ ਕ੍ਰੋਧ ਮਨ ਕੀਨ ਮਲੀਨਾ। ਹਾਂ, ਐਸਾ ਕੋਈ ਬਿਰਲਾ ਹੀ ਹੈ ਭਾਈ ਜਿਹਨੇ ਕਾਮ ਦੇ ਨਾਲ, ਕ੍ਰੋਧ ਦੇ ਨਾਲ, ਬੈਰ ਵਿਰੋਧ ਦੇ ਨਾਲ, ਨਿੰਦਿਆ ਦੇ ਨਾਲ ਆਪਣੇ ਮਨ ਨੂੰ ਮੈਲ ਨਹੀਂ ਲੱਗਣ ਦਿੱਤੀ। ਭਾਵ ਇਹਨਾਂ ਦੇ ਵਿੱਚ ਖੱਚਤ ਨਹੀਂ ਹੁੰਦਾ। ਉਹਨੇ ਸੱਚ ਦਾ ਜਨੇਊ ਪਾਇਆ ਤੇ ਇਹਨਾਂ ਦੇ ਵਿੱਚ ਖੱਚਤ ਨਹੀਂ ਹੁੰਦਾ। ਹਾਂਜੀ, ਸਿਮਰ ਨਾਮ ਕੋ ਜਿਨ ਸੁਚ ਕੀਨਾ। ਉਹਨਾਂ ਨੇ ਆਪਣੇ ਮਨ ਨੂੰ ਪਰਮੇਸ਼ਰ ਦੇ ਸੱਚੇ ਨਾਮ ਦੇ ਨਾਲ ਪਵਿੱਤਰ ਕੀਤਾ ਹੈ। ਜਿਵੇਂ ਆਪਾਂ ਸਰੀਰ ਨੂੰ ਧੋਂਦੇ ਹਾਂ, ਉਹਨਾਂ ਨੇ ਸੱਚੇ ਨਾਮ ਦੇ ਨਾਲ ਪਵਿੱਤਰ ਕੀਤਾ ਹੈ। ਤਿਨ ਹੈ ਉਚਿਤ ਇਹੋ ਯੱਗ ਪਵਿੱਤਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਐਸੇ ਪੁਰਸ਼ਾਂ ਦਾ ਜਨੇਊ ਪਾਇਆ ਸੋਭਾ ਪਾਉਂਦਾ ਜਿਹੜਾ ਜਗਤ ਦੀ ਰੀਤ ਤੋਂ ਉਲਟ ਚੱਲਦੇ ਨੇ। ਜਗਤ ਬੇਈਮਾਨੀ ਵਾਲੇ ਪਾਸੇ ਤੁਰਦਾ ਨਹੀਂ, ਉਹ ਇਮਾਨਦਾਰੀ ਵਾਲੇ ਪਾਸੇ। ਸਾਰੀ ਦੁਨੀਆ ਧੋਖੇ ਵੱਲ, ਦਾੜੀਆਂ ਵੱਲ ਚਲੂਗੀ, ਉਹ ਧੋਖਾ ਨਹੀਂ ਕਿਸੇ ਨਾਲ ਕਰੇਗਾ ਵੀ ਨਹੀਂ ਮੈਂ ਪਰਮੇਸ਼ਰ ਦਾ ਜੀਵ ਹਾਂ, ਮੈਂ ਸੱਚ ਦਾ ਜਨੇਊ ਪਾਇਆ ਹੋਇਆ ਹੈ।
ਮੈਂ ਝੂਠ ਨਹੀਂ ਬੋਲਾਂਗਾ, ਫਰੇਬ ਨਹੀਂ ਕਰਾਂਗਾ, ਕਿਸੇ ਨਾਲ ਧੋਖਾਧੜੀ ਨਹੀਂ ਕਰਾਂਗਾ। ਪਰਉਪਕਾਰ ਹੋਵੇਗਾ, ਮਨ 'ਚ ਖੀਮਾ ਹੋਵੇਗੀ, ਮੈਲ ਨਹੀਂ ਹੋਵੇਗਾ, ਕਪਟ ਨਹੀਂ ਹੋਵੇਗਾ, ਛਲ ਨਹੀਂ ਹੋਵੇਗਾ। ਮਹਾਰਾਜ ਕਹਿੰਦੇ ਐਸੇ ਪੁਰਸ਼ਾਂ ਦੇ ਜਨੇਊ ਪਾਇਆ ਸੋਭਦਾ ਹੈ। ਐਸੇ ਪੁਰਸ਼ਾਂ ਦੇ ਸ੍ਰੀ ਸਾਹਿਬ ਗਾਤਰੇ ਕਛਹਿਰੇ ਤੇ ਕੜੇ ਕੰਗੇ ਕਛਹਿਰੇ ਪਾਏ ਸੋਭਦੇ ਨੇ, ਜਿਹੜੇ ਗੁਰੂ ਤੋਂ ਬਿਨਾਂ ਕਿਤੇ ਇੱਧਰ ਉੱਧਰ ਨਹੀਂ ਭਟਕਦੇ, ਇੱਕ ਪਰਮੇਸ਼ਰ ਦੇ ਨਾਮ ਤੇ ਭਰੋਸਾ ਰੱਖਦੇ ਨੇ। ਐਸੇ ਮੁਸਲਮਾਨ ਵੀਰਾਂ ਦੇ ਸੁਨਨਤ ਜਾਂ ਉਹਨਾਂ ਦਾ ਪਹਿਰਾਵਾ ਪਾਇਆ ਸੋਭਦੇ ਨੇ, ਜਿਹੜੇ ਖੁਦਾ ਤੇ ਵਿਸ਼ਵਾਸ ਰੱਖਦੇ ਨੇ, ਝੂਠ ਤੇ ਵਿਸ਼ਵਾਸ ਨਹੀਂ ਰੱਖਦੇ, ਜੀਵ ਹੱਤਿਆ ਨਹੀਂ ਕਰਦੇ, ਜ਼ਬਾਨ ਦਾ, ਅੱਖਾਂ ਦਾ, ਕੰਨਾਂ ਦਾ ਸੱਚਾ ਰੋਜਾ ਰੱਖਦੇ ਨੇ। ਐਸੇ ਮੁਸਲਮਾਨ ਕਹਾਉਣ ਦੇ ਲਾਇਕ ਨੇ। ਮਹਾਰਾਜ ਕਹਿੰਦੇ ਐਸੇ ਪੁਰਸ਼ਾਂ ਦਾ ਭੇਖ ਧਾਰਨ ਕਰਿਆ ਸੋਭਾ ਪਾਉਂਦਾ। ਮਹਾਰਾਜ ਜੀ ਕਹਿੰਦੇ ਪਰ ਝੂਠੇ ਫਰੇਬੀ ਪਖੰਡੀ ਆਦਮੀ ਦਾ ਤਾਂ ਪਾਇਆ ਕਹਿੰਦੇ ਕਲੰਕੀ ਲਵਾਉਂਦਾ ਹੁੰਦਾ। ਉਹ ਆਪਣੇ ਆਪ ਤਾਂ ਕਲੰਕ ਹੈ ਹੀ, ਜਿਹੜਾ ਗੁਰੂ ਧਾਰਨ ਕਰਦਾ ਉਹਨੂੰ ਵੀ ਕਹਿੰਦਾ ਵੀ ਐਸਾ ਤੇਰਾ ਗੁਰੂ ਹੋਣਾ ਜੈਸਾ ਤੂੰ ਚੇਲਾ ਹੈ। ਸੋ ਇਸ ਪ੍ਰਕਾਰ ਪਹਿਲਾਂ ਸਾਧੂ ਸੰਤ ਮਹਾਤਮਾ ਚੇਲਾ ਨਹੀਂ ਸੀ ਛੇਤੀ ਬਣਾਉਂਦੇ। ਪਹਿਲੇ ਸਮੇਂ ਪਤਾ ਵੀ ਗੁਰੂ ਧਾਰਨ ਕੀਤਾ ਬਈ। ਕਹਿੰਦੇ ਗੁਰੂ ਧਾਰਨ ਕੀਤਾ, ਕਹਿੰਦੇ ਹਾਂ। ਹੁਣ ਕਹਿੰਦੇ ਮੇਰੀ ਮੱਤ, ਮੈਂ ਗੁਰੂ ਦੇ ਅਨੁਸਾਰ ਚੱਲੂੰਗਾ। ਉਹ ਹਰ ਕੋਈ ਕੰਮ ਆਪਣੇ ਗੁਰੂ ਨੂੰ ਪੁੱਛ ਕੇ ਕਰਦੇ ਹੁੰਦੇ, ਗੁਰੂ ਦੀ ਆਗਿਆ 'ਚ ਰਹਿੰਦੇ, ਗੁਰੂ ਤੋਂ ਪੁੱਛ ਕੇ ਕਰਦੇ, ਕਾਰ ਵਿਹਾਰ ਸਾਰਾ ਕੁਛ, ਅਤੇ ਉਹਨਾਂ ਦਾ ਜੀਵਨ ਗੁਰੂ ਦੇ ਅਨੁਸਾਰ ਹੁੰਦਾ। ਨਹੀਂ ਵੀ ਮੈਂ ਗੁਰੂ ਧਾਰਨ ਕੀਤਾ, ਹੁਣ ਮੈਂ ਆਪਣੀ ਮਨ ਦੀ ਮਰਜ਼ੀ ਨਹੀਂ ਕਰਦਾ। ਆਮ ਬਜ਼ੁਰਗਾਂ ਤੋਂ ਇੱਕ ਤਰ੍ਹਾਂ ਸੁਣਿਆ ਵੀ ਕੋਈ ਗੁਰੂ ਧਾਰਨ ਵੀ ਕੀਤਾ, ਕਹਿੰਦੇ ਹਾਂ। ਕੋਈ ਕਹਿੰਦਾ ਸੀ ਵੀ ਮੈਂ ਸਾਧੂ ਮਿਲਿਆ ਮੈਨੂੰ, ਉਹਨੂੰ ਮੈਂ ਗੁਰੂ ਧਾਰਨ ਕੀਤਾ। ਕੋਈ ਮਹਾਂਪੁਰਸ਼ਾਂ ਨੂੰ ਜਾਂ ਇਸ ਤਰ੍ਹਾਂ ਪਹਿਲਾਂ ਬਜ਼ੁਰਗ ਕਰਦੇ ਹੁੰਦੇ, ਸਾਦਾ ਜਿਹਾ ਕੰਮ ਹੁੰਦਾ। ਹੁਣ ਆਪਾਂ ਨੇ ਵੀ ਗੁਰੂ ਧਾਰਨ ਕੀਤਾ, ਪਰ ਆਪਾਂ ਗੁਰੂ ਦੀ ਸੁਣਦੇ ਤਾਂ ਹਾਂ ਨਹੀਂ, ਕਰਦੇ ਤਾਂ ਮਨ ਮਰਜ਼ੀਆਂ। ਭੇਖ ਜ਼ਰੂਰ ਹੈ, ਚਿੱਟੇ ਬਸਤਰ ਜ਼ਰੂਰ ਨੇ, ਕਿਰਪਾਨ ਉੱਪਰ ਨੂੰ ਬੜੀ ਹੈ ਬੜੀ, ਕਛਹਿਰੇ ਵੀ ਪਾਏ ਨੇ, ਕੜੇ ਵੀ ਪਾਏ ਨੇ, ਹੱਥ ਵੀ ਮਾੜਾ ਕਰਦੇ ਨੇ, ਅਤੇ ਜਾਤ ਦਾ ਵੀ ਧਿਆਨ ਨਹੀਂ ਹੈ। ਸੋ ਇਸ ਪ੍ਰਕਾਰ ਮਹਾਰਾਜ ਜੀ ਉਪਦੇਸ਼ ਕਰ ਰਹੇ ਹਨ। ਹਾਂਜੀ, ਲੋਕ ਕਾਨ ਤੇ ਸੋ ਵਿਪਰੀਤਾ। ਹਾਂ, ਲੋਕ ਜਿਹੜੇ ਪਖੰਡ ਝੂਠ ਵਾਲੇ ਪਾਸੇ ਚੱਲਦੇ ਨੇ, ਉਹ ਉਹਨਾਂ ਤੋਂ ਉਲਟ ਚੱਲਦੇ ਨੇ, ਜਿਨ੍ਹਾਂ ਨੇ ਸੱਚ ਦਾ ਜਨੇਊ ਪਾਇਆ ਪਾਂਦਾ ਜੀ। ਸੁਨ ਹਰਦਿਆਲ ਸਿਆਸੀ ਉਪਦੇਸ਼ਾ। ਇਸ ਤਰ੍ਹਾਂ ਦਾ ਉਪਦੇਸ਼ ਸੁਣ ਕੇ ਹਰਦਿਆਲ ਦਾਸ ਪੰਡਤ ਜੀ ਵਿਸਮਾਦ ਦੇ ਘਰ ਵਿੱਚ ਚਲੇ ਗਏ। ਬੜੇ ਖੁਸ਼ ਹੋਏ, ਹੱਥ ਜੁੜ ਗਏ, ਹੈਰਾਨ ਹੁੰਦੇ ਨੇ। ਹਿਰਦੈ ਧਾਰ ਲਿਏ ਲਖ ਸਗਤੇਸ਼ਾ। ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਪਦੇਸ਼ ਨੂੰ ਆਪਣੇ ਹਿਰਦੇ ਅੰਦਰ ਵਸਾ ਲਿਆ। ਧੰਨ ਧੰਨ ਪੁਨ ਧੰਨ ਵਖਾਨ ਹੈ। ਹਰਦਿਆਲ ਦਾਸ ਜੀ ਦੇ ਪੰਡਤ ਜੀ ਦੇ ਮੂੰਹ ਤੋਂ ਸਹਿ ਸੁਭਾਈ ਨਿਕਲ ਗਿਆ, ਹੈ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਆਪ ਦਾ ਗਿਆਨ ਹੈ, ਧੰਨ ਆਪ ਦੀ ਸਿੱਖਿਆ ਹੈ। ਇਸ ਪ੍ਰਕਾਰ ਸੁਭਾਵਿਕ ਹੀ ਮਨ ਵਿੱਚੋਂ ਅੰਦਰੋਂ ਆਵਾਜ਼ ਆਈ, ਆਪਨ ਗਤ ਤੁਮ ਆਪ ਹੈ ਜਾਣ ਹੈ। ਕਿ ਹੇ ਨਾਨਕ ਜੀ, ਤੁਹਾਡੀ ਗਤੀ ਨੂੰ ਤੁਸੀਂ ਹੀ ਜਾਣ ਸਕਦੇ ਹੋ, ਤੁਹਾਡੀ ਮਹਿਮਾ ਨੂੰ। ਅਵਰ ਨ ਕਾਹੂ ਮਹਿਮਾ ਜਾਣੀ। ਹੋਰ ਕੋਈ ਵਿਚਾਰਾ ਸੰਸਾਰਿਕ ਜੀਵ ਮਾਇਆ ਵਿੱਚ ਗਲਤਾਨ ਹੋਇਆ ਕੀ ਤੁਹਾਡੀ ਮਹਿਮਾ ਨੂੰ ਜਾਣ ਸਕਦਾ ਹੈ। ਇਕ ਪ੍ਰੋਹਤ ਪਾਹਤ ਅਭਿਮਾਨੀ। ਤੁਸੀਂ ਆਪ ਜੀ ਨੇ ਸਾਡਾ ਸਾਰੇ ਪੁਰੋਤਾਂ ਦਾ ਘਮੰਡ ਦਾ ਨਾਸ ਕੀਤਾ, ਹੰਕਾਰ ਦਾ ਨਾਸ ਕੀਤਾ। ਸਾਨੂੰ ਵਿੱਦਿਆ ਦਾ ਹੰਕਾਰ ਸੀ, ਸਾਨੂੰ ਉੱਚ ਜਾਤੀ ਦਾ ਹੰਕਾਰ ਸੀ, ਸਾਨੂੰ ਜਨੇਊ ਪਾਏ ਦਾ ਹੰਕਾਰ ਸੀ, ਪਰ ਅੱਜ ਸਾਡਾ ਹੰਕਾਰ ਟੁੱਟ ਗਿਆ ਹੈ। ਆਪ ਨੇ ਬੜੀ ਕਿਰਪਾ ਕੀਤੀ, ਸਾਨੂੰ ਅਸਲੀਅਤ ਤੋਂ ਜਾਣੂ ਕਰਵਾਇਆ ਹੈ। ਜਹ ਪਰ ਕਰ ਹੈ ਹੇਰ ਘਰ ਕਰਨਾ। ਇਸ ਪ੍ਰਕਾਰ ਕੇ ਕਿਰਪਾ ਕਰੋ ਮਹਾਰਾਜ। ਹਰਦਿਆਲ ਦਾਸ ਜੀ ਪੰਡਤ ਕਹਿੰਦੇ ਹੁਣ ਦਇਆ ਕਰੋ, ਸਾਡੇ ਜਨਮ ਮਰਨ ਦਾ ਚੱਕਰ ਕੱਟ ਦਿਓ। ਅਸੀਂ ਜਾਣ ਲਿਆ ਹੈ ਤੁਸੀਂ ਪੂਰਨ ਅਵਤਾਰ ਹੋ, ਸਾਂਝੇ ਰਹਿਬਰ ਹੋ। ਆਪ ਦੀ ਬਾਣੀ ਤੋਂ ਇਹ ਸਿੱਧ ਹੁੰਦਾ ਹੈ, ਆਪ ਦੇ ਬਚਨੋਂ ਤੋਂ ਇਹ ਸਿੱਧ ਹੁੰਦਾ ਹੈ ਕਿ ਆਪ ਜੀ ਕਿਸੇ ਵੀ ਧਰਮ ਦੇ ਨਾਲ ਪੱਖਪਾਤ ਨਹੀਂ ਕਰਦੇ, ਹਕੀਕਤ ਜਣਾਉਂਦੇ ਹੋ, ਸੱਚ ਬੋਲਦੇ ਹੋ। ਚਾਹੇ ਕੋਈ ਮੁਸਲਮਾਨ ਆਪ ਜੀ ਦੇ ਕੋਲੇ ਆਉਂਦਾ, ਉਸ ਨੂੰ ਵੀ ਹਕੀਕਤ ਜਣਾਈ। ਸੁਣਿਆ ਸੀ ਹਰਦਿਆਲ ਦਾ ਪੰਡਿਤ ਜੀ ਨੇ ਵੀ ਕਾਜੀ ਦੇ ਨਾਲ ਇਸ ਤਰ੍ਹਾਂ ਦੀ ਗੋਸ਼ਟ ਹੋਈ ਹੈ। ਉਹ ਤੋਂ ਪਹਿਲਾਂ ਪਾਂਧੇ ਨਾਲ ਵੀ ਗੋਸ਼ਟ ਹੋਈ ਸੀ ਮਹਾਰਾਜ ਦੀ। ਅੱਜ ਫਿਰ ਮੁੜ ਕੇ ਫਿਰ ਜਦੋਂ ਗੋਸ਼ਟ ਹੋਈ ਤਾਂ ਕਹਿਣ ਲੱਗੇ ਹਰਦਿਆਲ ਦਾਸ ਪੰਡਿਤ ਜੀ, ਮਹਾਰਾਜ ਜੀ ਆਪ ਜੀ ਸਾਂਝੇ ਰਹਿਬਰ ਹੋ, ਹਕੀਕਤ ਤੋਂ ਜਾਣੂ ਕਰਵਾਉਣ ਵਾਲੇ ਹੋ, ਸੱਚ ਬੋਲਣ ਵਾਲੇ ਹੋ, ਪਖੰਡ ਦਾ ਨਾਸ ਕਰਨ ਵਾਲੇ ਹੋ। ਆਪ ਕਿਰਪਾ ਕਰੋ,
ਸਾਡੇ ਤੇ ਦਇਆ ਕਰੋ, ਸੱਚ ਨੂੰ ਸਾਡੇ ਹਿਰਦੇ ਵਿੱਚ ਵਸਾਓ। ਹਾਂਜੀ। ਤਾਹੂ ਕੋ ਹਰਿ ਭਵ ਮਰਨਾ। ਤਾਂ ਕਹਿਣ ਲੱਗੇ ਸਾਡਾ ਭਵਜਲ ਸੰਸਾਰ ਤੇ ਆਇਆ ਸਫਲਾ ਹੋ ਜਾਵੇ ਔਰ ਜਨਮ ਮਰਨ ਦਾ ਸਾਡਾ ਚੱਕਰ ਕੱਟਿਆ ਜਾਵੇ। ਤਹਿ ਛਿਨ ਕਾਲੂ ਬਚਨ ਉਚਾਰਾ। ਅਜੇ ਹਰਦਿਆਲ ਦਾਸ ਪੰਡਤ ਜੀ ਮਹਿਮਾ ਗਾ ਹੀ ਰਹੇ ਸੀ, ਇੰਨੇ ਦੇ ਵਿੱਚ ਮਹਿਤਾ ਕਾਲੂ ਜੀ ਬੋਲ ਪਏ। ਮਹਿਤਾ ਕਾਲੂ ਜੀ ਕਹਿਣ ਲੱਗੇ ਅਬ ਭੋਜਨ ਪਾ ਸਗਰੋ ਤਿਆਰਾ। ਹਰਦਿਆਲ ਦਾਸ ਪੰਡਤ ਜੀ ਹੁਣ ਫਿਰ ਇਉਂ ਕਰੋ, ਸੰਗਤ ਤਾਂ ਬਹੁਤ ਭੁੱਖੀ ਬੈਠੀ ਹੈ, ਸਭ ਨੂੰ ਪ੍ਰਸ਼ਾਦਾ ਪਾਣੀ ਵੀ ਛਕਾਈਏ ਜੇ ਗਿਆਨ ਚਰਚਾ ਬਹੁਤ ਹੋ ਗਈ ਹੋਵੇ। ਹੁਣ ਜਨੇਊ ਪਾਣ ਤੋਂ ਤਾਂ ਇਹਨਾਂ ਨੇ ਮਨਾ ਹੀ ਕਰ ਦਿੱਤਾ। ਹੁਣ ਰਿਸ਼ਤੇਦਾਰ ਸਾਕ ਸੰਬੰਧੀ ਸਾਰੇ ਕੁਟੁੰਬੀ ਬੈਠੇ ਨੇ, ਤੁਸੀਂ ਵੀ ਸਾਰੇ ਕਹਿੰਦੇ ਨੇ ਵੀ ਠੀਕ ਹੈ, ਗੁਰੂ ਨਾਨਕ ਜੀ ਨੇ ਤਾਂ ਸੱਚ ਦਾ ਜਨੇਊ ਪਾਇਆ, ਇਹਨਾਂ ਨੂੰ ਜਨੇਊ ਪਾਉਣ ਦੀ ਲੋੜ ਨਹੀਂ ਹੈ। ਹਰਦਿਆਲ ਦਾਸ ਜੀ ਨੇ ਕਹਿਤਾ ਸੀ ਵੀ ਇਹਨਾਂ ਨੂੰ ਜਨੇਊ ਪਾਉਣ ਦੀ ਲੋੜ ਨਹੀਂ ਹੈ, ਇਹਨਾਂ ਨੇ ਪਹਿਲਾਂ ਹੀ ਸੱਚ ਦਾ ਜਨੇਊ ਪਾਇਆ ਹੋਇਆ ਹੈ, ਅਸਲੀ ਜਨੇਊ ਪਾਇਆ। ਕਹਿੰਦੇ ਜਦੋਂ ਇਸ ਤਰ੍ਹਾਂ ਮਹਿਮਾ ਗਾ ਹੀ ਰਹੇ ਸੀ, ਮਹਿਤਾ ਕਾਲੂ ਜੀ ਥੋੜ੍ਹੇ ਜਿਹੇ ਗੁੱਸੇ ਦੇ ਵਿੱਚ ਬਈ ਇਹਨਾਂ ਨੇ ਸਾਡੀ ਗੱਲ ਨਹੀਂ ਮੰਨੀ, ਪਰਿਵਾਰ ਦੀ ਗੱਲ ਨਹੀਂ ਮੰਨਦੀ ਔਰ ਸਾਡੇ ਪ੍ਰੋਤਾਂ ਦੀ ਗੱਲ ਨਹੀਂ ਮੰਨੀ। ਮਹਿਤਾ ਕਾਲੂ ਜੀ ਤੇ ਉੱਪਰ ਮਹਾਰਾਜ ਜੀ ਮਾਇਆ ਪਾ ਰੱਖਦੇ ਪਿਤਾ ਜੀ ਦੇ ਉੱਪਰ, ਉਹ ਨਹੀਂ ਸਮਝ ਸਕੇ ਮਹਿਮਾ ਨੂੰ, ਅੱਗੇ ਜਾ ਕੇ ਸਮਝਣਗੇ। ਪਰ ਹਰਦਿਆਲ ਦਾਸ ਪੰਡਤ ਜੀ ਔਰ ਤਮਾਮ ਪ੍ਰੋਹਤ ਸਾਰੇ ਸਮਝ ਗਏ। ਸੋ ਇਸ ਪ੍ਰਕਾਰ ਜਜੂ ਉਠੋ ਪਾਂਤ ਬੈਸਾਵੋ। ਕਿ ਹੇ ਹਰਦਿਆਲ ਦਾਸ ਪੰਡਤ ਜੀ ਹੋਰ ਸਾਰੇ ਪ੍ਰੋਹਤ ਜਨੋ ਉਠੋ, ਲੰਗਰ ਛਕੀਏ, ਆਪਾਂ ਪੰਗਤ ਦੇ ਵਿੱਚ ਬੈਠੋ। ਤਜ ਬਿਲੰਬ ਨਿਜ ਭੋਜਨ ਖਾਵੋ। ਹਾਂ, ਦੇਰੀ ਤੋਂ ਬਿਨਾਂ ਹੀ ਭੋਜਨ ਛਕੋ, ਜਲਦੀ ਜਲਦੀ ਆਪਾਂ ਭੋਜਨ ਛਕੀਏ। ਸੁਨ ਸਭ ਦਿਜੇ ਉਠ ਚੀਰੇ ਉਤਾਰੇ। ਸਾਰੇ ਜਿਵੇਂ ਉਹਨਾਂ ਦਾ ਸੀ ਵੀ ਪਾਣੀ ਦੇ ਹੱਥ ਧੋਂਦੇ ਜਾਂ ਇਸ ਤਰ੍ਹਾਂ ਵਸਤਰ ਉਤਾਰ ਕੇ ਇਸ ਤਰ੍ਹਾਂ ਉਹ ਚੌਂਕੇ ਉੱਪਰ ਬੈਠ ਕੇ ਪ੍ਰਸ਼ਾਦ ਪਾਣੀ ਛਕਦੇ, ਸਾਰੇ ਪ੍ਰੋਤ ਬੈਠ ਕੇ ਪ੍ਰਸ਼ਾਦ ਪਾਣੀ ਛਕਣ ਲੱਗ ਪਏ। ਕਰ ਪੰਕਤ ਬੈਸੇ ਇੱਕ ਸਾਰੇ। ਸਾਰੇ ਇੱਕ ਸਾਰ ਬੈਠੇ। ਫਿਰ ਉਸ ਦਿਨ ਇਹ ਨਹੀਂ ਹੋਇਆ ਵੀ ਉਸ ਦਿਨ ਵੀ ਊਚ ਨੀਚ ਵਾਲਾ ਕੋਈ ਵੀ ਇਹ ਨਹੀਂ ਬੈਠੂਗਾ ਨਹੀਂ ਬੈਠੂਗਾ। ਜਿੰਨੇ ਵੀ ਬੰਦੇ ਸਨ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਇੱਕ ਪੰਕਤੀ ਦੇ ਵਿੱਚ ਬੈਠੋ। ਹੁਣ ਡਰਦਾ ਮਾਰਾ ਕੋਈ ਜਾਤ ਦਾ ਅਭਿਮਾਨ ਨਹੀਂ ਸੀ ਕਰ ਸਕਦਾ ਵੀ ਮੈਂ ਨੀਚ ਜਾਤ ਦੇ ਬੰਦੇ ਨਾਲ ਬੈਠ ਕੇ ਪ੍ਰਸ਼ਾਦਾ ਨਹੀਂ ਛਕਦਾ। ਹੁਣ ਮਹਾਰਾਜ ਜੀ ਦੀ ਬਾਣੀ ਤੋਂ ਮੁਖਾਰਬਿੰਦ ਤੋਂ ਐਸੇ ਬਚਨ ਸੁਣ ਕੇ ਸਭ ਦਾ ਹਿਰਦਾ ਨਰਮ ਹੋ ਗਿਆ। ਸਾਰੀ ਨੇ ਜਿੰਨੀ ਵੀ ਸੰਗਤ ਸੀ ਪਹਿਲੀ ਵਾਰ ਗਰੀਬ ਅਮੀਰ ਔਰ ਪ੍ਰੋਹਤ ਨੇ ਇੱਕ ਸਾਰ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ। ਉਸ ਦਿਨ ਸਾਰੇ ਖੁਸ਼ ਹੋ ਗਏ। ਗਰੀਬ ਆਦਮੀ ਤਾਂ ਕਹਿਣ ਲੱਗੇ ਵੀ ਇਹ ਤਾਂ ਸਾਡੇ ਮਸੀਹ ਹੈ, ਸਾਡੇ ਵਾਸਤੇ ਤਾਂ ਚੌਂਕੇ ਤੇ ਸਾਨੂੰ ਪ੍ਰੋਹਤਾਂ ਦੇ ਨਾਲ ਬਿਠਾ ਕੇ ਪ੍ਰਸ਼ਾਦਾ ਛਕਾਇਆ ਜਾ ਰਿਹਾ, ਇੱਕ ਬਰਾਬਰਤਾ ਦੇ ਨਾਲ। ਸੋ ਸਾਰੇ ਖੁਸ਼ ਹੋ ਗਏ ਫਿਰ ਉਸ ਵੇਲੇ। ਹਾਂਜੀ। ਛਤਰੀ ਸਭ ਬੁਲਾਏ ਨਿਜ ਗਿਆਤੀ। ਸਾਰੇ ਛਤਰੀ ਕੀ, ਸਾਗ ਸੰਬੰਧੀ ਕੀ, ਆਂਢ ਗੁਆਂਢ ਕੀ, ਔਰ ਜਿੰਨੇ ਸਾਰੇ ਘਰ ਦੇ ਕੰਮਕਾਜ ਕਰਨ ਵਾਲੇ ਸਾਰੇ, ਤੁਲਸਾ ਵਰਗੀ ਸਾਰੇ ਕੰਮਕਾਜ ਸਾਰਿਆਂ ਦੇ ਹੱਥੋਂ ਪ੍ਰਸ਼ਾਦਾ ਛਕਵਾਇਆ ਗਿਆ। ਇਹ ਨਹੀਂ ਹੋਇਆ ਵੀ ਇਹ ਉੱਚ ਜਾਤੀ ਦੇ ਲੰਗਰ ਵਰਤਾਊਗਾ, ਨਹੀਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਸਾਰੇ ਪੰਗਤਾਂ ਸਜਾ ਕੇ ਬੈਠੋ, ਸਾਰੇ ਇੱਕ ਪਰਮੇਸ਼ਰ ਦੇ ਪੁੱਤਰਾਂ ਔਰ ਸਾਰੇ ਇੱਕ ਸਾਰ ਪ੍ਰਸ਼ਾਦਾ ਛਕੋ। ਸਾਰਿਆਂ ਨੂੰ ਫਿਰ ਪ੍ਰਸ਼ਾਦਾ ਛਕਾਇਆ ਗਿਆ। ਹਾਂਜੀ। ਬਨ ਬੈਠੇ ਸੋ ਪਾਂਤ ਸੁਹਾਤੀ। ਸਾਰੇ ਪੰਗਤੀਆਂ ਦੇ ਵਿੱਚ ਬੈਠੇ ਸੋਭਾ ਪਾ ਰਹੇ ਸੀ। ਅਨੇਕ ਪਾਦ ਪਾਤਰਨ ਧਰੇ ਆਗੇ। ਅਨੇਕ ਪ੍ਰਕਾਰ ਦੇ ਤਰ੍ਹਾਂ ਤਰ੍ਹਾਂ ਦੇ ਭੋਜਨ ਸਾਰੇ ਪੰਗਤ ਦੇ ਵਿੱਚ ਛਕਾਏ ਗਏ। ਸੁਪਕਾਰ ਤਬ ਪਰੋਸਨ ਲਾਗੇ। ਸਾਰੇ ਲੰਗਰੀ ਉਸ ਟਾਈਮ ਸੇਵਾ ਦੇ ਵਿੱਚ ਲੱਗ ਗਏ। ਪਾਇਸ ਸਿਤਾ ਕ੍ਰਿਤ ਬਿਦ ਸੰਗਾ। ਤਰ੍ਹਾਂ ਤਰ੍ਹਾਂ ਦੇ ਮਿੱਠੇ ਖੱਟੇ ਜਿਹੜੇ ਪਦਾਰਥ ਬਣਾਏ ਸਨ ਉਹ ਸਾਰੇ ਪਰੋਸਣ ਲੱਗ ਪਏ। ਸਪਦ ਪਰੋਸ ਗਏ ਸੰਗ ਉਮੰਗਾ। ਤਾਂ ਸਾਰੇ ਜਿਵੇਂ ਚਾਵਲ, ਪ੍ਰਸ਼ਾਦਾ, ਸਬਜ਼ੀ ਭਾਜੀ ਇਹ ਵੀ ਪਰੋਸਿਆ ਗਿਆ, ਤੇ ਜਿਹੜਾ ਮਿੱਠੇ ਕੋਈ ਮਠਿਆਈ ਮਠੂਈ ਬਣਾਈ ਉਹ ਵੀ ਸਾਰੀ ਪਰੋਸੀ ਗਈ। ਸੂਖਮ ਆਦਨ ਬਰੇ ਪਕਾਰੇ। ਤਾਂ ਇਸ ਪ੍ਰਕਾਰ ਕਈ ਅਨੇਕ ਪ੍ਰਕਾਰ ਦੀਆਂ ਸਲੋਣੇ ਚੀਜ਼ਾਂ ਵੀ ਪਕਾਈਆਂ ਸੀ, ਉਹ ਵੀ ਸਾਰੀਆਂ ਪਰੋਸੀਆਂ ਗਈਆਂ। ਮਰਚ ਤਨਿਆ ਸੋ ਦਦ ਮਹਿ ਬੋਰੇ। ਹਾਂ, ਜਿਵੇਂ ਨਮਕੀਨ ਆਦਿ, ਜਿਵੇਂ ਪਕੌੜੇ ਆਦਿ ਬਣਾਏ ਸੀ ਉਹ ਵੀ ਸਾਰੇ ਪਰੋਸੇ ਗਏ। ਚੌਪਈ ਸੂਪ ਬਨੀ ਬਰ ਅਨੇਕ ਪ੍ਰਕਾਰਾ। ਅਨੇਕ ਪ੍ਰਕਾਰ ਦੇ ਵਧੀਆ ਪਕਵਾਨ ਬਣੇ ਸੀ। ਮਹਿਤਾ ਕਾਲੂ ਜੀ ਪਟਵਾਰੀ ਸਨ ਆਖਰਕਾਰ, ਇਸ ਕਰਕੇ ਵਧੀਆ ਪ੍ਰਸ਼ਾਦਾ ਪਾਣੀ ਸੰਗਤ ਵਾਸਤੇ ਤਿਆਰ ਕੀਤਾ ਸੀ। ਖਾਨਪੁਰਾ ਹਰ ਨਾਮੇ ਉਚਾਰਾ। ਸਾਰਿਆਂ ਨੇ ਦੇਖੋ ਉਸ ਦਿਨ ਖਾਣਾ ਛਕਿਆ, ਪ੍ਰਸ਼ਾਦਾ ਛਕਿਆ ਔਰ ਪਰਮੇਸ਼ਰ ਦੇ ਨਾਮ ਉਚਾਰਿਆ। ਸਾਰੇ ਨੇ ਪਰਮੇਸ਼ਰ ਦੇ ਜਸ ਉਚਾਰਨ ਕੀਤਾ। ਸਵਾਦ ਸੰਗ ਸਭ ਅਚਵਨ ਕੀਨੋ। ਹੁਣ ਮਹਾਰਾਜ ਜੀ ਦੇ ਘਰ ਭੰਡਾਰਾ ਹੋ ਰਿਹਾ, ਲੰਗਰ ਹੋ ਰਿਹਾ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ
ਸਾਰੇ ਪ੍ਰਸ਼ਾਦ ਪਾਣੀ ਛਕਦੇ ਨੇ, ਬਿਸਮਾਦ ਹੋ ਜਾਂਦੇ ਨੇ ਵੀ ਇਹੋ ਜਿਹਾ ਭੋਜਨ ਦੇ ਵਿੱਚ ਕੀ ਪਾ ਦਿੱਤਾ, ਕਿੰਨਾ ਸਵਾਦ ਭੋਜਨ ਲੱਗ ਰਿਹਾ। ਦੇਖੋ ਪਰਮੇਸ਼ਰ ਦੀ ਵਿਲੱਖਣਤਾ। ਹਾਂਜੀ, ਪੁਨ ਪਨਵਾਰੇ ਕੀਨ ਚਬੀਨੋ। ਹਾਂ, ਸਾਰੇ ਬਾਰ-ਬਾਰ ਜਿਵੇਂ ਬਾਅਦ ਵਿੱਚ ਕੋਈ ਗੁੜ ਦਿੱਤਾ ਜਾਂਦਾ ਹੈ ਜਾਂ ਮਿੱਠੀ ਸੌਂਫ ਦਿੱਤੀ ਜਾਂਦੀ, ਸਭ ਨੂੰ ਦਿੱਤੀ ਜਾਂਦੀ ਸੀ। ਭਾਈ ਛਕ ਲਓ, ਉਹ ਵੀ ਛਕਿਆ ਗਿਆ। ਦੀਨ ਦਛਨਾ ਦਵਿਜ ਸਨਮਾਨੇ। ਸਾਰਿਆਂ ਨੂੰ ਜਿਵੇਂ ਪਹਿਲਾਂ ਤੋਂ ਚੱਲਿਆ ਹੁੰਦਾ ਕਿ ਫਿਰ ਜਿੰਨੇ ਵੀ ਸਾਰੇ ਪ੍ਰੋਹਤ ਸਨ ਸਭ ਨੂੰ ਪ੍ਰਸ਼ਾਦ ਪਾਣੀ ਛਕਾ ਕੇ ਉਹਨਾਂ ਦੀ ਦਛਣਾ ਵੀ ਦਿੱਤੀ ਗਈ। ਬਹੁਰ ਵਿਸਰਜਨ ਹੋਏ ਪਿਆਨੇ। ਸਾਰੇ ਫਿਰ ਵਿਦਾ ਹੋ ਗਏ, ਪਰ ਉਹਨਾਂ ਦੇ ਅੰਦਰ ਇੱਕ ਵਿਚਾਰ ਦੀ ਲਹਿਰ ਪੈਦਾ ਕਰ ਦਿੱਤੀ ਮਹਾਰਾਜ ਨੇ, 2 ਘੜੀ ਦੇ ਸਤਸੰਗ ਨੇ, ਕਿ ਜੋ ਗੁਰੂ ਨਾਨਕ ਜੀ ਨੇ ਕਿਹਾ ਉਹ ਸੱਚ ਕਿਹਾ। ਅਸੀਂ ਐਵੇਂ ਆਪਣੀ ਉਮਰ ਗੁਜ਼ਾਰ ਰਹੇ ਹਾਂ, ਹਨੇਰੇ ਦੇ ਵਿੱਚ ਉਮਰ ਗੁਜ਼ਾਰੀ ਜਾਂਦੇ ਹਾਂ, ਸੱਚ ਦੀ ਖੋਜ ਨਹੀਂ ਕਰਦੇ, ਆਪਣੇ ਆਪ ਦੀ ਖੋਜ ਨਹੀਂ ਕੀਤੀ ਕਦੇ। ਅਸੀਂ ਮਾਇਆ ਨੂੰ ਵਿਦਿਆ ਨੂੰ ਉੱਚੀ ਕੁੱਲ ਨੂੰ ਔਰ ਭੇਖ ਨੂੰ ਸਭ ਕੁਛ ਮੰਨ ਲਿਆ ਸੀ, ਪਰ ਕਰਨੀ ਪ੍ਰਧਾਨ ਹੈ। ਕਰਮਾਂ ਕਰਕੇ ਇਨਸਾਨ ਉੱਚਾ ਹੈ ਅਤੇ ਕਰਮਾਂ ਕਰਕੇ ਨੀਵਾਂ। ਜਾਤ ਕਰਕੇ ਕੋਈ ਉੱਚਾ ਨਹੀਂ, ਜਾਤ ਕਰਕੇ ਕੋਈ ਨੀਵਾਂ ਨਹੀਂ। ਇਹ ਗੱਲ ਦੀ ਵਿਚਾਰ ਪੈਦਾ ਕਰ ਦਿੱਤੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ 2 ਘੜੀ ਦੇ ਸਤਸੰਗ ਨੇ, ਉਹ ਤਮਾਮ ਪ੍ਰੋਤਾਂ ਦੇ ਅੰਦਰ। ਹਾਂਜੀ, ਦਵਿਜ ਹਰਦਿਆਲ ਚਹਿਤ ਸੋ ਪਾਵਾ। ਹੁਣ ਹਾਂਜੀ ਦੁਆਰੇ ਪੜੋ। ਦਵਿਜ ਹਰਦਿਆਲ ਚਹਿਤ ਸੋ ਪਾਵਾ। ਹੁਣ ਜੋ ਹਰਦਿਆਲ ਦਾਸ ਪੰਡਿਤ ਜੀ ਸੀ, ਉਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਮਿਲ ਕੇ ਜੋ ਚੀਜ਼ ਹਾਸਲ ਕਰਨਾ ਚਾਹੁੰਦਾ ਸੀ ਉਹ ਉਸ ਨੂੰ ਪ੍ਰਾਪਤ ਹੋ ਗਈ। ਉਹਦੀ ਮਨ ਦੀ ਇੱਛਾ ਪੂਰਨ ਹੋ ਗਈ। ਜੋ ਉਹਨੇ ਮਨ ਦੇ ਅੰਦਰ ਫੁਰਨਾ ਕੀਤਾ ਨਾ ਹਰਦਿਆਲ ਦਾਸ ਜੀ ਨੇ, ਉਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪੂਰਾ ਕਰ ਦਿੱਤਾ। ਫਿਰ ਜਦੋਂ ਸ਼ਰਧਾ ਭਾਵਨਾ ਦੇ ਨਾਲ ਕੋਈ ਗੁਰੂ 'ਤੇ ਸ਼ਰਧਾ ਵਿਸ਼ਵਾਸ ਰੱਖ ਕੇ, ਭਾਵਨਾ ਰੱਖ ਕੇ ਮਨ ਵਿੱਚ ਕੋਈ ਸੰਕਲਪ ਕਰਦਾ, ਗੁਰੂ ਪੂਰਾ ਕਰ ਦਿੰਦਾ ਹੈ। ਗੁਰੂ ਬਹੁਤ ਦਿਆਲੂ ਹੈ। ਗੁਰੂ ਜੀ ਨੇ ਕਿਰਪਾ ਕਰ ਦਿੱਤੀ। ਨਾਮ ਲਗੀ ਲਿਵ ਪ੍ਰੇਮ ਹੈ ਛਾਵਾ। ਹਰਦਿਆਲ ਦਾਸ ਪੰਡਿਤ ਜੀ ਦੇ ਅੰਦਰ ਨਾਮ ਦੀ ਲਿਵ ਲੱਗ ਗਈ ਔਰ ਪਰਮੇਸ਼ਰ ਪ੍ਰਤੀ ਪ੍ਰੇਮ ਜਾਗ ਪਿਆ। ਹਿਰਦੇ ਅੰਦਰ ਵਿਰਾਗ ਹੋ ਗਿਆ ਕਿ ਦੁਨੀਆ ਨਾਸਵੰਤ ਹੈ, ਮੈਂ ਝੂਠੇ ਰਾਹ 'ਤੇ ਪਿਆ ਹਾਂ, ਮੇਰਾ ਸਰੀਰ ਵੀ ਇੱਕ ਦਿਨ ਨਾਸ ਹੋ ਜਾਏਗਾ, ਮੈਂ ਤਾਂ ਚੰਗੀ ਕਰਨੀ ਕਮਾਈ ਨਹੀਂ ਕੀਤੀ, ਐਵੇਂ ਹੀ ਉਮਰ ਗੁਜ਼ਾਰ ਲਈ। ਇਸ ਤਰ੍ਹਾਂ ਹਰਦਿਆਲ ਦਾਸ ਜੀ ਦੇ ਅੰਦਰ ਭਗਤੀ ਕਰਨ ਦੀ ਚਾਹਨਾ ਪੈਦਾ ਹੋ ਗਈ, ਤੀਬਰ ਇੱਛਾ ਪੈਦਾ ਹੋ ਗਈ, ਮਨ ਨੂੰ ਵਿਰਾਗ ਹੋ ਗਿਆ। ਨਾਮ ਜਪਣ ਦੀ ਅੰਦਰ, ਨਾਮ ਦੀ, ਸੱਚੇ ਨਾਮ ਦੀ ਅੰਦਰ ਭੁੱਖ ਲੱਗ ਗਈ ਹਰਦਿਆਲ ਦਾਸ ਜੀ ਦੇ। ਜਗਿਆ ਪਵਿੱਤ ਪਾਵਨੀ ਗਾਥਾ। ਹਾਂ, ਇਸ ਤਰ੍ਹਾਂ ਕਰਕੇ ਜਨੇਊ ਪਾਉਣ ਦੀ ਮਹਾਰਾਜ ਜੀ, ਹੁਣ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਜਿਹੜਾ ਇਹ ਜਨੇਊ ਪਾਉਣ ਵਾਲੀ ਕਥਾ ਹੈ, ਜੋ ਕੋਈ ਪੜ੍ਹੇਗਾ ਸੁਣੇਗਾ, ਸੁਣ ਹੈ ਸੁਨਾਵ ਹੈ ਜੋ ਹਿਤ ਸਾਥਾ। ਜੋ ਪ੍ਰੇਮ ਦੇ ਨਾਲ ਇੱਕ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਸਾਖੀਆਂ ਕੋਈ ਪੜ੍ਹੇਗਾ, ਸੁਣੇਗਾ, ਸੁਣਾਵੇਗਾ ਪ੍ਰੇਮ ਦੇ ਨਾਲ, ਭਗਨ ਜਨੂ ਕੋ ਦੇਖ ਨ ਲਾਗ ਹੈ। ਮਹਾਰਾਜ ਕਹਿੰਦੇ ਉਹ ਮੁੜ ਕੇ ਜਨਮ ਮਰਨ ਦੇ ਚੱਕਰ 'ਚ ਨਹੀਂ ਪਵੇਗਾ। ਦੇਖੋ ਐਡਾ ਫਲ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ, ਜਸ ਪੜ੍ਹੇ ਦਾ, ਸੁਣੇ ਦਾ ਅਰ ਜਸ ਕੀਤੇ ਦਾ। ਉਹਦੇ ਸੰਪੂਰਨ ਪਾਪ ਹੀ ਨਸ਼ਟ ਹੋ ਜਾਣਗੇ। ਮਹਾਰਾਜ ਕਹਿੰਦੇ ਜੇ ਕੋਈ ਦੁਨਿਆਵੀ ਇੱਛਾ ਧਾਰ ਕਰਕੇ ਪ੍ਰੇਮ ਦੇ ਨਾਲ ਇਹ ਕਥਾ ਨੂੰ ਸੁਣਦਾ ਹੈ, ਮਹਾਰਾਜ ਕਹਿੰਦੇ ਉਹਦੀ ਉਹ ਇੱਛਾ ਪੂਰੀ ਹੋ ਜਾਏਗੀ। ਕੋਈ ਵੀ ਫੁਰਨਾ ਰੱਖ ਕੇ ਜੇ ਕੋਈ ਕਰਦਾ, ਜੇ ਕੋਈ ਦੁਖੀ ਹੈ, ਤਕਲੀਫ ਹੈ, ਤਾਂ ਉਹਦੀ ਤਕਲੀਫ ਦੂਰ ਹੋ ਜਾਏਗੀ। ਕੋਈ ਹੋਰ ਮਨ ਦੇ ਵਿੱਚ ਕੋਈ ਗੱਲ ਹੈ, ਉਹ ਵੀ ਪੂਰੀ ਹੋ ਜਾਏਗੀ। ਪਰ ਸ਼ਰਧਾ ਵਿਸ਼ਵਾਸ ਦੇ ਨਾਲ ਜੇ ਕੋਈ ਮਹਾਰਾਜ ਦੀ ਇਹ ਸਾਖੀਆਂ ਸੁਣਦਾ ਹੈ, ਜੇ ਕੋਈ ਸ਼ਰਧਾ ਵਿਸ਼ਵਾਸ ਦੇ ਨਾਲ ਪੜ੍ਹਦਾ ਹੈ ਔਰ ਪੂਰਨ ਵਿਸ਼ਵਾਸ ਹਿਰਦੇ ਵਿੱਚ ਧਾਰਨ ਕਰਕੇ ਕੋਈ ਸੁਣਾਉਂਦਾ ਹੈ ਪ੍ਰੇਮ ਦੇ ਨਾਲ। ਹਾਂਜੀ, ਪੁਨ ਸ਼੍ਰੀ ਗੁਰ ਕੇ ਪਗ ਅਨੁਰਾਗ ਹੈ। ਤਾਂ ਉਸ ਦਿਨ ਤੋਂ ਬਾਅਦ ਬਹੁਤ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਜਸ ਸਾਰੇ ਪਾਸੇ ਫੈਲ ਗਿਆ ਔਰ ਸਾਰੇ ਪ੍ਰੋਤ ਜਿਹੜੇ ਸਨ ਮਹਾਰਾਜ ਜੀ ਦੇ ਸ਼ਰਧਾਲੂ ਬਣ ਗਏ। ਦੋਹਰਾ ਗਿਆਤੀ ਛਤਰੀ ਅਪਰ ਜੇ ਬ੍ਰਿਪ ਜੇ ਪ੍ਰੋਦਾ ਸਾਥ। ਤਾਂ ਫਿਰ ਉਹ ਸਾਰੇ ਪਰਮੇਸ਼ਰ ਜੀ ਦਾ ਕਹਿ ਲਓ, ਮਹਾਰਾਜ ਜੀ ਦਾ ਕਹਿ ਲਓ, ਜਸ ਕਰਨ ਲੱਗ ਪਏ। ਉਸ ਦਿਨ ਤੋਂ ਸਾਰੇ ਪਾਸੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ
ਕੀਰਤੀ ਫੈਲ ਗਈ। ਦੋਹਰਾਤ ਹੈ ਪਾਛੇ ਸ੍ਰੀ ਸਤਿਗੁਰੂ ਕਰ ਬਹੁ ਆਪਨ ਦੁਰਾਬ। ਹੁਣ ਇਹ ਸਾਰੀਆਂ ਸਾਖੀਆਂ ਕੌਣ ਸੁਣਾ ਰਿਹਾ? ਭਾਈ ਬਾਲਾ ਜੀ। ਭਾਈ ਬਾਲਾ ਜੀ ਕਹਿਣ ਲੱਗਿਆ, ਸੁਣ ਕੌਣ ਰਹੇ ਨੇ ਸਾਖੀ? ਗੁਰੂ ਅੰਗਦ ਦੇਵ ਜੀ ਮਹਾਰਾਜ। ਭਾਈ ਪੈੜਾ ਮੋਖਾ ਜੀ ਲਿਖ ਰਹੇ ਨੇ, ਬਾਬਾ ਬੁੱਢਾ ਜੀ, ਗੁਰੂ ਅਮਰਦਾਸ ਜੀ, ਹੋਰ ਅਨੇਕਾਂ ਸਿੱਖ ਬੈਠੇ ਸੁਣ ਰਹੇ ਨੇ ਪ੍ਰੇਮ ਦੇ ਨਾਲ। ਹੁਣ ਭਾਈ ਬਾਲਾ ਕਹਿਣ ਲੱਗਿਆ, ਹੇ ਗੁਰੂ ਅੰਗਦ ਦੇਵ ਜੀ, ਉਹ ਜਨੇਊ ਪਾਉਣ ਵਾਲੀ ਕਥਾ ਜਿਸ ਦਿਨ ਹੋਈ, ਉਹ ਦਿਨ ਤੋਂ ਬਾਅਦ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਰੇ ਪਾਸੇ ਜਸ ਫੈਲ ਗਿਆ, ਪ੍ਰੋਤਾਂ ਨੂੰ ਗਿਆਨ ਕਰਾਇਆ, ਉਹ ਦਿਨ ਤੋਂ ਬਾਅਦ ਮਹਾਰਾਜ ਜੀ ਕਿਸੇ ਨਾਲ ਬਚਨ ਵਿਲਾਸ ਨਹੀਂ ਸੀ ਕਰਦੇ, ਚੁੱਪ ਰਹਿਣ ਲੱਗ ਗਏ, ਮਸਤ ਰਹਿਣ ਲੱਗ ਗਏ, ਕਿਸੇ ਨਾਲ ਕੋਈ ਗੱਲ ਨਹੀਂ ਸੀ ਕਰਦੇ। ਮਤ ਸੁਭਾਵ ਆਨੰਦ ਮਹਿ ਕਰਹਿ ਨ ਕਛੂ ਲਖਾਵ। ਆਪਣੇ ਆਪ ਨੂੰ ਛੁਪਾ ਕੇ ਰੱਖਦੇ ਔਰ ਮਸਤ ਰਹਿੰਦੇ, ਬਿਰਤੀ ਮਸਤ ਰਹਿੰਦੀ ਮਹਾਰਾਜ ਜੀ ਦੀ, ਔਰ ਆਪਣੇ ਆਨੰਦ ਸਰੂਪ ਦੇ ਵਿੱਚ ਮਗਨ ਰਹਿੰਦੇ। ਕਿਸੇ ਨੂੰ ਕੋਈ ਗਿਆਨ ਧਿਆਨ ਦੀ ਨਾ ਗੱਲ ਕਰਦੇ, ਨਾ ਕਿਸੇ ਨੂੰ ਸੁਣਦੇ, ਨਾ ਕਿਸੇ ਨਾਲ ਬੋਲਦੇ ਹੀ ਆਪਣੀ ਮਸਤੀ ਦੇ ਵਿੱਚ ਰਹਿਣ ਲੱਗ ਪਏ। ਚੌਪਈ ਉਦਾਸੀਨ ਬ੍ਰਿਤ ਰਹੈ ਅਰੂਡਾ। ਮਹਾਰਾਜ ਜੀ ਦਾ ਹਮੇਸ਼ਾ ਉਦਾਸ ਰਹਿੰਦੇ ਨੇ। ਹੁਣ ਕਿਸੇ ਨਾਲ ਗੱਲ ਨਹੀਂ ਕਰਦੇ, ਉਹਨਾਂ ਦੇ ਕੁਛ ਇੱਧਰ ਉੱਧਰ ਜਾਣ ਦੀ ਕੋਈ ਇੱਛਾ ਨਹੀਂ ਹੁੰਦੀ, ਜਿੱਥੇ ਬੈਠੇ ਨੇ ਬੈਠੇ ਰਹਿੰਦੇ ਨੇ, ਜੇ ਪਏ ਨੇ ਤਾਂ ਪਏ ਹੀ ਰਹਿੰਦੇ ਨੇ, ਜੇ ਬਾਹਰ ਚਲੇ ਗਏ ਤਾਂ ਬਾਹਰੋਂ ਸਾਰਾ ਦਿਨ ਆਉਣਾ ਹੀ ਨਹੀਂ। ਮਾਤਾ ਤ੍ਰਿਪਤਾ ਜੀ ਲੱਭ ਕੇ ਲਿਆਉਂਦੇ ਸੀ, ਲਿਆ ਕੇ ਫਿਰ ਭੋਜਨ ਪ੍ਰਸ਼ਾਦਾ ਛਕਦੇ, ਨਾ ਪ੍ਰਸ਼ਾਦਾ ਛਕਣ ਨੂੰ ਕਹਿੰਦੇ ਨੇ। ਇਸ ਤਰ੍ਹਾਂ ਬਹੁਤ ਉਦਾਸ ਲੱਗੇ ਰਹਿਣ। ਜਾਂ ਤੇ ਲਖ ਨਾ ਸਕਹਿ ਨਰ ਮੂੜਾ। ਹੁਣ ਵਿਚਾਰੇ ਅਣਜਾਣ ਨਰ, ਅਣਜਾਣ ਲੋਕ ਮਹਾਰਾਜ ਜੀ ਦੀ ਮਹਿਮਾ ਨੂੰ ਕੌਣ ਲੱਗ ਸਕਦਾ ਸੀ? ਹੇਰਨ ਹੇਤ ਨ ਖੋਲਹਿ ਨੈਣਾ। ਕੋਈ ਬੁਲਾਈ ਜਾਵੇ, ਚਾਹੇ ਮਹਾਰਾਜ ਜੀ ਨੇਤਰ ਉੱਪਰ ਕਰਕੇ ਕਿਸੇ ਵੱਲ ਨਹੀਂ ਸੀ ਦੇਖਦੇ। ਚੰਚਲ ਅਦਰ ਨ ਕਰ ਹਿਤ ਬੈਨਾ। ਨਾ ਆਪਣੇ ਮੁਖਾਰ ਬਿੰਦ ਤੋਂ ਕਿਸੇ ਨੂੰ ਬਚਨ ਸੁਣਾਉਂਦੇ ਸੀ, ਨਾ ਕਿਸੇ ਨਾਲ ਬੋਲਦੇ, ਨਾ ਕਿਸੇ ਵੱਲ ਦੇਖਦੇ ਸੀ। ਸਹਿਜ ਸੁਭਾਏ ਤੁ ਕਿਰਿਆ ਰਖੀਕੇ। ਬਸ ਸਹਿਜ ਸੁਭਾਏ ਮਹਾਰਾਜ ਜੀ ਆਪਣੇ ਸੁਭਾਅ ਮੁਤਾਬਕ ਵਿਚਰਦੇ। ਹੋਏ ਤਾਂ ਹੋਏ ਨਤ ਥਿਰ ਬਿਦਨੀਕੇ। ਹਾਂ, ਜੇ ਬੈਠੇ ਨੇ ਤਾਂ ਬੈਠੇ ਰਹੇ ਨੇ, ਜੇ ਪਏ ਨੇ ਤਾਂ ਪਏ ਨੇ, ਕੁਛ ਹੋ ਰਿਹਾ ਆਲੇ ਦੁਆਲੇ, ਉਹਨਾਂ ਨੇ ਧਿਆਨ ਨਹੀਂ ਮਹਾਰਾਜ ਜੀ ਨੇ ਦੇਣਾ। ਇਸ ਤਰ੍ਹਾਂ ਮਸਤ ਬਿਰਤੀ ਦੇ ਵਿੱਚ ਰਹਿਣ ਲੱਗ ਪਏ। ਅੰਤਰਮੁਖੀ ਬ੍ਰਿਤ ਦਿਨ ਰਹਿਣਾ। ਦਿਨ ਰਾਤ ਮਹਾਰਾਜ ਜੀ ਨੇਤਰ ਬੰਦ ਕਰਕੇ ਰੱਖਦੇ ਨੇ ਔਰ ਅੰਤਰ ਧਿਆਨ ਹੀ ਰਹਿੰਦੇ ਹਨ। ਕਰ ਰਾਖੀ ਸ੍ਰੀ ਪੰਕਜ ਨੈਣਾ। ਹਰ ਵੇਲੇ ਅੰਤਰਮੁਖ ਬਿਰਤੀ ਹੈ ਮਹਾਰਾਜ ਜੀ, ਬਸ ਚੁੱਪ ਰਹਿੰਦੇ ਨੇ। ਹਾਂਜੀ, ਜਗਤ ਅਸਾਰ ਖੇਲ ਜੀਵ ਸਿਸ ਕੀ। ਹਾਂ, ਹੁਣ ਇਸ ਤਰ੍ਹਾਂ ਰਹਿੰਦੇ ਨੇ ਜਗਤ ਵਿੱਚ, ਜਿਵੇਂ ਕੋਈ ਛੋਟਾ ਬਾਲਕ ਹੁੰਦਾ, ਉਹਨੂੰ ਵਿਚਾਰੇ ਨੂੰ ਜਗਤ ਦੀ ਕੋਈ ਸਾਰ ਨਹੀਂ ਹੁੰਦੀ। ਇਸੇ ਪ੍ਰਕਾਰ ਮਹਾਰਾਜ ਜੀ ਜਗਤ ਦੀਆਂ ਗੱਲਾਂ ਬਾਤਾਂ ਤੋਂ, ਜਗਤ ਦੀ ਚਾਲ ਤੋਂ, ਜਗਤ ਦੇ ਰਹਿਣ ਸਹਿਣ ਤੋਂ, ਸਾਰੀ ਗੱਲਾਂ ਤੋਂ ਬੇਖਬਰ ਨੇ। ਆਪਣੀ ਮਸਤ ਬਿਰਤੀ ਰੱਖੀ ਹੋਈ ਹੈ। ਆਸ ਲਖ ਕਰਹਿ ਨ ਕਾਂਖਾਂ ਕਿਸ ਕੀ। ਤਾਂ ਨਾ ਕਿਸੇ ਵੱਲ ਦੇਖਦੇ ਨੇ, ਨਾ ਬੋਲਦੇ ਨੇ। ਇਹ ਗੱਲ ਨੂੰ ਦੇਖਦੇ ਹੋਏ ਆਂਢ ਗੁਆਂਢੀ ਹੋਰ ਲੋਕ, ਨਰ ਨਾਰੀ ਪਾਖੈ ਅਸਰੀਤੀ। ਹਾਂ, ਪਿੰਡ ਦੇ, ਨਗਰ ਦੇ, ਆਂਢ ਗੁਆਂਢ ਦੇ ਮਾਈਆਂ ਤੇ ਭਾਈਆਂ ਇਸ ਤਰ੍ਹਾਂ ਗੱਲਾਂ ਕਰਦੇ ਨੇ ਮਹਾਰਾਜ ਜੀ ਨੂੰ ਦੇਖ ਕੇ। ਕਾਲੂ ਸੁਤ ਕੀ ਮਤ ਵਿਪਰੀਤੀ। ਕਹਿਣ ਲੱਗੇ ਪਤਾ ਨਹੀਂ ਕੀ ਹੋ ਗਿਆ, ਬੜਾ ਛੋਟਾ ਹੁੰਦਾ ਸਿਆਣਾ ਸੀ, ਬੜੀਆਂ ਗੱਲਾਂ ਕਰਦਾ, ਖੇਡਦਾ, ਹੱਸਦਾ ਸੀ, ਪਤਾ ਨਹੀਂ ਤਾਂ ਕਿਸੇ ਦੀ ਨਜ਼ਰ ਲੱਗ ਗਈ, ਕਿਸੇ ਨਾਲ ਬੋਲਦੇ ਨਹੀਂ, ਪਤਾ ਨਹੀਂ ਇਹਨਾਂ ਨੂੰ ਜਗਤ ਨਾਲ ਮੋਹ ਹੀ ਨਹੀਂ, ਘਰ-ਬਾਰ ਨਾਲ ਮੋਹ ਹੀ ਨਹੀਂ, ਕਿਸੇ ਪਦਾਰਥ ਨਾਲ, ਖਾਣ ਦੇ ਨਾਲ, ਪਹਿਨਣ ਦੇ ਨਾਲ। ਹੁਣ ਵੱਡੇ ਤਾਂ ਹੋਈ ਜਾਂਦੇ ਨੇ, ਜਵਾਨ ਅਵਸਥਾ ਵਿੱਚ ਜਾ ਰਹੇ ਨੇ, ਪਰ ਇਹ ਜਗਤ ਤੋਂ ਉਦਾਸ ਹੀ ਰਹਿੰਦੇ ਨੇ। ਕਿਸੇ ਨਾਲ ਬੋਲ ਚਾਲ ਨਹੀਂ ਰੱਖਦੇ, ਘਰ ਦੇ ਵਿੱਚ ਖੁਸ਼ ਨਹੀਂ ਰਹਿੰਦੇ, ਬਾਹਰ ਕਿਸੇ ਨੂੰ ਬੁਲਾਉਂਦੇ ਨਹੀਂ। ਇਹ ਜਗਤ ਦੀ ਰੀਤੀ ਤੋਂ ਉਲਟ ਚੱਲਦੇ ਨੇ, ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ। ਇਸ ਤਰ੍ਹਾਂ ਅਕਸਰ ਲੋਕ ਗੱਲਾਂ ਕਰਦੇ। ਚੌਪਈ ਆਗੇ ਕਹਿਤ ਬੈਨ ਗੁਣਸਾਲੀ। ਤਾਂ ਹੁਣ ਜੇ ਕੋਈ ਮੂਹਰੋਂ ਗੱਲ ਵੀ ਕਰਦਾ ਸੀ, ਜਿਵੇਂ ਮਹਿਤਾ ਕਾਲੂ ਜੀ ਝਿੜਕ ਕੇ ਵੀ ਪੈ ਜਾਂਦੇ ਘਰ ਦੇ ਵਿੱਚ, ਬਈ ਚੰਗਾ ਪਾਦੇ ਨੇ ਕਿਹਾ ਵੀ ਬਹੁਤ ਕਲਾਵਾਨ ਹੋਊਗਾ, ਬੜੀ ਮੇਰੀ ਜਸ ਹੋਵੇਗਾ। ਪਰ ਪਿਤਾ ਜੀ ਕ੍ਰੋਧ ਵਿੱਚ ਆ ਕੇ ਜਦੋਂ ਇਸ ਤਰ੍ਹਾਂ ਦੇ ਚਾਲ ਰੱਖੀ ਮਹਾਰਾਜ ਜੀ ਨੇ, ਗੁੱਸੇ ਵਿੱਚ ਆ ਕੇ ਬੋਲਦੇ ਵੀ ਨੇ, ਪਰ ਮਹਾਰਾਜ ਜੀ ਚੁੱਪ ਹੀ ਰਹਿੰਦੇ ਨੇ, ਪਲਟ ਕੇ ਕੋਈ ਜਵਾਬ ਨਹੀਂ ਦਿੰਦੇ। ਹਾਂਜੀ, ਕਿਆ ਤੂੰ ਸ਼ਨ ਅਬ ਕੌਣ ਕੁਚਾਲੀ।
ਹੁਣ ਆ ਗੱਲਾਂ ਕਰਦੇ ਨੇ ਕਿ ਪਤਾ ਨਹੀਂ ਇਹਨੂੰ ਕਿਸੇ ਦੀ ਨਜ਼ਰ ਲੱਗ ਗਈ, ਪਤਾ ਨਹੀਂ ਇਹਨਾਂ ਨੂੰ ਕਿਸੇ ਦੀ ਨਜ਼ਰ ਲੱਗ ਗਈ। ਹੱਸਦੇ ਖੇਲਦੇ ਨੂੰ ਆਖਰਕਾਰ ਹੋ ਕੀ ਗਿਆ? ਡੀਠ ਲਗੀ ਨਰ ਨਾਰਨ ਕੇਰੀ। ਹਾਂ, ਇਹਨਾਂ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ, ਜਹ ਮਸਤਾਨੀ ਤੌਰ ਕਨੇਰੀ। ਇਸ ਕਰਕੇ ਇਹਨਾਂ ਦੀ ਜਿਹੜੀ ਬਿਰਤੀ ਹੈ ਮਸਤਾਨੀ ਹੋ ਗਈ ਹੈ। ਭੂਤ ਪ੍ਰੇਤ ਕੀ ਪਈ ਕੇ ਛਾਇਆ। ਕੋਈ ਕਹਿੰਦਾ ਇਹਨਾਂ ਨੂੰ ਭੂਤ ਪ੍ਰੇਤ ਨਾਲ ਕੋਈ ਚਿਮੜ ਗਿਆ ਹੋਵੇ। ਸੁਨਨ ਕਹਿਨ ਜਿਨ ਸਭ ਬਿਸਰਾਇਆ। ਜਿਵੇਂ ਇਹਨਾਂ ਦੀ ਹਾਲਤ ਹੈ ਵੀ ਕਿਸੇ ਨਾਲ ਬੋਲਦੇ ਨਹੀਂ, ਕਿਸੇ ਦੀ ਗੱਲ ਸੁਣਦੇ ਨਹੀਂ। ਹੋ ਸਕਦਾ ਵੀ ਕੋਈ ਓਪਰੀ ਚੀਜ਼ ਦਾ ਇਹਨਾਂ ਨੂੰ ਸਾਇਆ ਨਾ ਹੋ ਗਿਆ ਹੋਵੇ। ਇਸ ਤਰ੍ਹਾਂ ਵੀ ਕਈ ਬੁੜੀਆਂ ਆ ਕੇ ਕਹਿ ਜਾਂਦੀਆਂ ਨੇ ਘਰ ਵਿੱਚ, ਕਛਕ ਦਿਵਸ ਬੀਤੇ ਅਸਰੀਤੀ। ਜਦੋਂ ਇਸ ਤਰ੍ਹਾਂ ਕੁਝ ਦਿਨ ਇਸ ਤਰ੍ਹਾਂ ਬਤੀਤ ਹੋਏ, ਏਕ ਸਮੈ ਕਾਲੂ ਕਰ ਪ੍ਰੀਤੀ। ਤੇ ਮਹਿਤਾ ਕਾਲੂ ਜੀ ਇੱਕ ਦਿਨ ਮਹਾਰਾਜ ਜੀ ਦੇ ਕੋਲੇ ਬਹਿ ਗਏ। ਬੜੇ ਮਿੱਠੇ ਮਿੱਠੇ ਪ੍ਰੇਮ ਦੇ ਨਾਲ ਬੋਲਣ ਲੱਗੇ ਮਹਿਤਾ ਕਾਲੂ ਜੀ। ਅੰਕ ਬਿਸਾਏ ਸੀਸ ਕਰ ਫੇਰਾ। ਸਿਰ ਦੇ ਉੱਪਰ ਹੱਥ ਫੇਰੀ ਜਾਂਦੇ ਨੇ, ਲਾਡ ਲਡਾਉਂਦੇ ਨੇ ਮਹਿਤਾ ਕਾਲੂ ਜੀ। ਸੁੰਗਤ ਮਸਤਕ ਆਨੰਦ ਕੇਨਾ। ਮੱਥੇ ਨੂੰ ਚੁੰਮਦੇ ਨੇ, ਗਲ ਨਾਲ ਲਾਇਆ ਪ੍ਰੇਮ ਦੇ ਨਾਲ, ਜਿਵੇਂ ਬੱਚੇ ਨੂੰ ਪ੍ਰੇਮ ਕਰੀਦਾ ਤਾਂ ਇਸ ਤਰ੍ਹਾਂ ਕਰਕੇ ਪ੍ਰੇਮ ਕਰਕੇ ਮੱਥੇ ਨੂੰ ਚੁੰਮਦੇ ਹੋਏ ਗਲਵੱਕੜੀ ਪਾ ਕੇ ਮਹਿਤਾ ਕਾਲੂ ਜੀ ਨੇ ਫੇਰ ਤਾਤ ਕੋ ਹਿਰਦੈ ਵਿਚਾਰਾ। ਫੇਰ ਆਪਣੇ ਹਿਰਦੇ ਵਿੱਚ ਇਸ ਤਰ੍ਹਾਂ ਵਿਚਾਰਿਆ ਮਹਿਤਾ ਕਾਲੂ ਜੀ ਨੇ ਮਤ ਪ੍ਰਕਾਸ਼ ਹੈ ਕਰਤਿਓ ਕਾਰਾ। ਕਿ ਮੈਂ ਕਿਉਂ ਨਾ ਇਹਨਾਂ ਨੂੰ ਕਿਸੇ ਕੰਮ ਵਿੱਚ ਲਾਵਾਂ। ਬੈਠੇ ਤਾਂ ਇਹ ਆਲਸੀ ਹੋ ਜਾਣਗੇ, ਇਹ ਹਾਲਤ ਬੈਠਿਆਂ ਦੀ ਦੇਖੀ ਨਹੀਂ ਜਾਂਦੀ। ਤੁਰਨ ਫਿਰਨਗੇ, ਕੋਈ ਕੰਮ ਵਿੱਚ ਧਿਆਨ ਲਾਉਣਗੇ, ਕਿਸੇ ਕੰਮ ਕਰਨਗੇ ਤਾਂ ਸ਼ਾਇਦ ਇਹਨਾਂ ਦੀ ਜਿਹੜੀ ਬਿਰਤੀ ਹੈ ਉਹ ਥੋੜ੍ਹੀ ਜਿਹੀ ਸੰਸਾਰਿਕ ਹੋ ਜਾਵੇ। ਕਿਸੇ ਨਾਲ ਗੱਲਬਾਤ ਕਰਨ ਦੀ ਇਹਨਾਂ ਦੇ ਅੰਦਰ ਕੋਈ ਚਾਹ ਨਾ ਪੈਦਾ ਹੋ ਜਾਵੇ। ਜਦੋਂ ਕੰਮ ਦੇ ਵਿੱਚ ਲੱਗਣਗੇ, ਕਿਸੇ 'ਚ ਲੋਕ ਮਿਲਣਗੇ, ਗੱਲਬਾਤ ਹੋਊਗੀ, ਕੰਮ ਕਾਜ ਬਾਰੇ ਪੁੱਛਣਗੇ, ਕਿਸੇ ਨੂੰ ਦੱਸਣਗੇ। ਇੱਕੋ ਇੱਕ ਪੁੱਤਰ ਹੈ, ਇਸ ਤਰ੍ਹਾਂ ਉਦਾਸ ਹੋ ਕੇ ਬੈਠਿਆ ਰਿਹਾ ਤਾਂ ਫਿਰ ਘਰ ਦਾ ਕੰਮ ਕਾਜ ਕਿਵੇਂ ਚੱਲੇਗਾ? ਮਹਿਤਾ ਕਾਲੂ ਜੀ ਸੋਚਣ ਲੱਗ ਪਏ। ਇਹ ਮਨ ਵਿੱਚ ਗੱਲ ਵਿਚਾਰ ਕੇ ਮਹਿਤਾ ਕਾਲੂ ਜੀ ਨੇ ਜਾਂ ਤੇ ਕਾਰ ਕਰਾਉ ਜਥੋਰੀ। ਇਹਨਾਂ ਨੂੰ ਥੋੜਾ ਬਹੁਤਾ ਕੰਮ ਕਾਜ ਦੇ ਵਿੱਚ ਲਾਉਂਦੇ ਹਾਂ। ਸਨੈ ਸਨੈ ਪਰਚੈ ਸਭ ਠੋਰੀ। ਹੌਲੇ ਹੌਲੇ ਇਹਨਾਂ ਦਾ ਮਨ ਵੀ ਪਰਚ ਜਾਵੇਗਾ, ਖੁਸ਼ ਹੋ ਜਾਣਗੇ। ਅਸਬਿਦ ਲਖ ਕਾਲੂ ਮੁਖ ਪਾਖੀ। ਇਹ ਮਨ ਵਿੱਚ ਵਿਚਾਰ ਕਰਕੇ ਕਾਲੂ ਜੀ ਨੇ ਬੜੇ ਪਿਆਰ ਦੇ ਨਾਲ ਮਹਾਰਾਜ ਜੀ ਨੂੰ ਕਿਹਾ, ਗੋ ਮਹਿ ਖੀ ਚਾਰ ਹੋ ਕਰ ਰਾਖੀ। ਕਹਿਣ ਲੱਗੇ, ਹੇ ਨਾਨਕ ਜੀ, ਦੇਖ ਪੁੱਤਰ, ਤੇਰੇ ਨਾਲ ਦੇ ਸਾਰੇ ਬੱਚੇ ਕੰਮ ਕਾਜ ਕਰਦੇ ਨੇ ਘਰ ਦਾ, ਤੈਨੂੰ ਵੀ ਕੋਈ ਕੰਮ ਕਾਜ ਕਰਨਾ ਚਾਹੀਦਾ। ਮਹਾਰਾਜ ਕਹਿਣ ਲੱਗੇ, ਪਿਤਾ ਜੀ ਕੀ ਕੰਮ ਕਰੀਏ? ਕਹਿੰਦੇ, ਦੇਖ ਤੇਰੇ ਨਾਲ ਦੇ ਹਾਣੀ ਸਾਰੇ ਮੱਝਾਂ ਗਾਵਾਂ ਖੋਹ ਲੈ ਜਾਂਦੇ ਨੇ, ਸਵੇਰ ਤੋਂ ਸਾਰਾ ਦਿਨ ਮੱਝਾਂ ਗਾਵਾਂ ਚਾਰ ਕੇ ਲੈ ਕੇ ਆਉਂਦੇ ਨੇ। ਹੁਣ ਤੁਸੀਂ ਪੜ੍ਹੇ ਤਾਂ ਹੋ ਨਹੀਂ, ਅਸੀਂ ਤਾਂ ਤੁਹਾਨੂੰ ਪੜ੍ਹਾਉਣਾ ਚਾਹੁੰਦੇ ਸੀ। ਹੁਣ ਤੁਸੀਂ ਪੜ੍ਹੇ ਵੀ ਨਹੀਂ, ਕੋਈ ਕੰਮ ਕਾਜ ਵੀ ਨਹੀਂ ਸਿੱਖਿਆ। ਚਲੋ ਜਿਵੇਂ ਦੀ ਤੁਹਾਡੀ ਬਿਰਤੀ ਹੈ, ਸੁਭਾਅ ਮੁਤਾਬਕ ਹੁਣ ਮੱਝਾਂ ਗਾਵਾਂ ਹੀ ਚਾਰ ਲਿਆਇਆ ਕਰੋ। ਚੰਗੀ ਚਰਨਗੀਆਂ, ਦੁੱਧ ਦੇਣਗੀਆਂ, ਦੁੱਧ ਦੇ ਨਾਲ ਕੋਈ ਘਰ ਦਾ ਗੁਜ਼ਾਰਾ ਵੀ ਚੱਲੇਗਾ। ਕਹਿਣ ਲੱਗੇ, ਖੜੀਆਂ ਖੜੀਆਂ ਮੱਝਾਂ ਗਾਵਾਂ ਵੀ ਲਿੱਸੀਆਂ ਹੋਈਆਂ ਨੇ, ਸੋ ਨੌਕਰ ਧਿਆਨ ਨਹੀਂ ਦਿੰਦੇ। ਮਹਿਤਾ ਕਾਲੂ ਜੀ ਕਹਿਣ ਲੱਗੇ, ਤੁਸੀਂ ਮੱਝਾਂ ਗਾਵਾਂ ਲੈ ਕੇ ਜਾਇਆ ਕਰੋ ਚਾਰਨ। ਇਸ ਤਰ੍ਹਾਂ ਮਹਾਰਾਜ ਜੀ ਨੂੰ ਹੁਕਮ ਕਰ ਦਿੱਤਾ, ਏਕ ਆਤਮਜ ਹਮਰੇ ਤਾਮੂ। ਕਿ ਸਾਡੇ ਕੇਵਲ ਤੁਸੀਂ ਇੱਕ ਹੀ ਪੁੱਤਰ ਹੋ। ਕਹਿ ਬਿਦ ਸਰੈ ਕਰੇ ਬਿਨ ਕਾਮੂ। ਕੰਮ ਕਰਨ ਤੋਂ ਪੁੱਤਰ ਕਿਵੇਂ ਸਰੇਗਾ? ਵੈਸਿਓ ਤਾਤ ਬਤੀਤ ਹੈ ਨਾਹੀ। ਇਸ ਤਰ੍ਹਾਂ ਤੇਰੇ ਬੈਠੇ ਰਹਿਣ ਦੇ ਨਾਲ ਤਾਂ ਜ਼ਿੰਦਗੀ ਤਾਂ ਨਹੀਂ ਲੰਘਣ ਵਾਲੀ। ਕਰਹੋ ਕਾਰ ਨਿਜ ਮਨ ਪਰ ਚਾਹੀ। ਇਸ ਕਰਕੇ ਪੁੱਤਰ ਕੋਈ ਨਾ ਕੋਈ ਤਾਂ ਕੰਮ ਕਰਨਾ ਹੀ ਪੈਣਾ ਹੈ, ਜਿਹਦੇ ਵਿੱਚ ਤੁਹਾਡਾ ਮਨ ਵੀ ਪਰਚੇਗਾ। ਇਸ ਤਰ੍ਹਾਂ ਬੜੇ ਪਿਆਰ ਦੇ ਲਹਿਜੇ ਦੇ ਵਿੱਚ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕਿਹਾ, ਸਦਾ ਉਦਾਸ ਰਹੇ ਮਨ ਤੇਰੋ। ਹੁਣ ਤੁਸੀਂ ਤਾਂ ਹਮੇਸ਼ਾ ਹੀ ਚਿਹਰੇ ਤੇ ਉਦਾਸੀ ਧਾਰਨ ਕਰਕੇ ਬੈਠੇ ਰਹਿੰਦੇ ਹੋ। ਪਰਚੋ ਪੁਨ ਹੋਏ ਛੀਰ ਬਦੇਰੋ। ਇਸ ਕਰਕੇ ਮੱਝਾਂ ਗਾਵਾਂ ਖੋਲ ਕੇ ਲੈ ਕੇ ਜਾਇਆ ਕਰੋ, ਨਾਲ ਦੇ ਹਾਣੀਆਂ ਦੇ ਨਾਲ ਗੱਲਾਂ ਬਾਤਾਂ ਕਰਿਆ ਕਰੋ ਤੇ ਖੁਸ਼ ਰਿਹਾ ਕਰੋ। ਦਾਸ ਚਰਾਵਤ ਰੀਤ ਬਿਗਾਰੀ। ਹੁਣ ਕਹਿਣ ਲੱਗੇ, ਨੌਕਰਾਂ ਦੇ ਡੰਗਰ ਪਸ਼ੂ ਪਏ ਨੇ ਹਵਾਲੇ ਤੇ ਉਹ ਚੰਗੀ ਤਰ੍ਹਾਂ ਸੇਵਾ ਨਹੀਂ ਕਰਦੇ। ਉਹ ਤਾਂ ਮਹਾਰਾਜ ਜੀ ਨੇ ਬਹਾਨਾ ਲਾਇਆ ਮਹਿਤਾ ਕਾਲੂ ਜੀ ਨੇ ਕਿ ਭਾਈ ਹੁਣ ਉਹ ਧਿਆਨ ਨਹੀਂ ਦਿੰਦੇ, ਇਸ ਕਰਕੇ ਤੁਸੀਂ ਚਾਰਨ ਜਾਇਆ ਕਰੋ। ਹਰਤ ਤ੍ਰਿਣਨ ਤੁਮ ਆਨ ਹੋ ਚਾਰੀ। ਹੁਣ ਤੁਸੀਂ ਮੱਝਾਂ ਗਾਵਾਂ ਨੂੰ ਹੱਕ ਕੇ ਲੈ ਕੇ ਜਾਇਆ ਕਰੋ
ਤੇ ਬਾਹਰ ਚਾਰ ਕੇ ਲਿਆਇਆ ਕਰੋ। ਕਹਿਓ ਪ੍ਰੀਤ ਸੋ ਕਰਤ ਦੁਲਾਰਾ। ਆਪਣੇ ਪਿਆਰੇ ਪੁੱਤਰ ਨੂੰ, ਦੁਲਾਰੇ ਨੂੰ ਜੋ ਕੁਝ ਕਿਹਾ ਮਹਾਰਾਜ ਜੀ ਨੇ, ਸੁਨ ਸ਼੍ਰੀ ਨਾਨਕ ਭੇ ਅਨੁਸਾਰਾ। ਹਾਂ ਕਹਿਣ ਲੱਗੇ, ਦੁਆਰੇ ਪੜੋ। ਹਾਂਜੀ, ਕਹਿਓ ਪ੍ਰੀਤ ਸੋ ਕਰਤ ਦੁਲਾਰਾ। ਤੇ ਜਿਵੇਂ ਮਹਿਤਾ ਕਾਲੂ ਜੀ ਨੇ ਆਪਣੇ ਪਿਆਰੇ ਪੁੱਤਰ ਨੂੰ, ਨਾਨਕ ਜੀ ਨੂੰ ਜੋ ਵੀ ਬਚਨ ਕਹੇ, ਸੁਨ ਸ਼੍ਰੀ ਨਾਨਕ ਭੇ ਅਨੁਸਾਰਾ। ਮਹਾਰਾਜ ਜੀ ਕਹਿਣ ਲੱਗੇ ਠੀਕ ਹੈ, ਹੁਣ ਪਿਤਾ ਦੇ ਅਨੁਸਾਰ ਹੋ ਗਏ। ਮਤਲਬ ਜੋ ਪਿਤਾ ਨੇ ਕਿਹਾ ਉਹ ਗੱਲ ਮੰਨ ਲਈ। ਕਹਿੰਦੇ ਠੀਕ ਹੈ ਪਿਤਾ ਜੀ, ਆਪ ਜੀ ਕਹਿੰਦੇ ਹੋ ਤਾਂ ਅਸੀਂ ਮੱਝਾਂ ਗਾਵਾਂ ਚਾਰ ਲਿਆਇਆ ਕਰਾਂਗੇ। ਕਹਿਤ ਪਿਤਾ ਜੀ ਭੋਰ ਸਿਧਾਉ। ਹਾਂ ਕਹਿਣ ਲੱਗੇ ਪਿਤਾ ਜੀ ਠੀਕ ਹੈ, ਮੈਂ ਸਵੇਰੇ ਹੀ ਚਲਿਆ ਜਾਵਾਂਗਾ। ਤੁਮਰ ਜਾਏ ਤੇ ਚਾਰ ਲਿਆਉ। ਜਿਵੇਂ ਤੁਹਾਡੀ ਇੱਛਾ ਹੈ ਉਹਦੇ ਮੁਤਾਬਕ ਮੱਝਾਂ ਗਾਵਾਂ ਨੂੰ ਮੈਂ ਦੂਰ ਤੱਕ ਚਾਰ ਲਿਆਇਆ ਕਰਾਂਗਾ। ਚੌਪਈ ਅਸ ਕਹਿ ਰਹਿਣ ਬਿਖੈ ਪਰ ਸੋਏ। ਇਸ ਪ੍ਰਕਾਰ ਸ਼ਾਮ ਦਾ ਵੇਲਾ ਸੀ ਜਦੋਂ ਘਰ ਦੇ ਵਿੱਚ ਗੱਲਬਾਤ ਹੋ ਰਹੀ ਸੀ। ਮਹਿਤਾ ਕਾਲੂ ਜੀ ਵੀ, ਮਾਤਾ ਤ੍ਰਿਪਤਾ ਜੀ ਵੀ, ਮਹਾਰਾਜ ਜੀ ਵੀ ਬੜੇ ਆਰਾਮ ਦੇ ਨਾਲ ਪ੍ਰਸ਼ਾਦ ਪਾਣੀ ਛਕ ਕੇ ਸਾਰੇ ਸੌਂ ਗਏ। ਜਿਨ ਦਾਸਨ ਕੇ ਬੰਦ ਬਿਗੋਏ। ਦਾਸਾਂ ਦੇ ਬੰਧਨ ਕੱਟਣ ਵਾਲੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ, ਜਿਵੇਂ ਪਿਤਾ ਨੇ ਕਿਹਾ ਉਹ ਹੁਕਮ ਨੂੰ ਮੰਨ ਲਿਆ। ਸ਼੍ਰੀ ਨਾਨਕ ਅਰਣੋਦਿਆ ਜਾਗੇ। ਮਹਾਰਾਜ ਜੀ ਹਰ ਆਪਣੇ ਨਿਤ ਦੇ ਨੇਮ ਮੁਤਾਬਕ ਅੰਮ੍ਰਿਤ ਵੇਲੇ ਜਾਗਦੇ ਹੁੰਦੇ ਮਹਾਰਾਜ। ਤਾਂ ਜੇ ਆਪ ਅੰਮ੍ਰਿਤ ਵੇਲੇ ਉਠੇ ਨੇ ਤਾਂ ਅੰਮ੍ਰਿਤ ਵੇਲੇ ਉੱਠਣ ਦਾ ਉਪਦੇਸ਼ ਤਾਂ ਸੰਗਤ 'ਚ ਕਰਿਆ। ਮਹਾਰਾਜ ਦਾ ਸੁਭਾਅ ਸੀ ਸ਼ੁਰੂ ਤੋਂ ਹੀ ਅੰਮ੍ਰਿਤ ਵੇਲੇ ਉੱਠ ਕੇ ਦਾਤਨ ਕੁਰਲਾ ਕਰਕੇ, ਇਸ਼ਨਾਨ ਪਾਣੀ ਕਰਕੇ ਤਾਂ ਨਾਮ ਦਾਨ ਇਸ਼ਨਾਨ ਦਾ ਉਪਦੇਸ਼ ਦਿੱਤਾ ਸੰਗਤਾਂ ਨੂੰ। ਆਪ ਜੀ ਨੇ ਪਿੱਛੇ ਸਾਖੀ ਸੁਣੀ ਹੈ ਵੀ ਛੋਟੇ ਹੁੰਦਿਆਂ ਤੋਂ ਪ੍ਰਸ਼ਾਦਾ ਪਾਣੀ ਮਾਤਾ ਜੋ ਖਵਾਉਂਦੀ ਉਹਦੇ ਵਿੱਚੋਂ ਕੁਝ ਹਿੱਸਾ ਬਾਹਰ, ਕੋਈ ਕੋੜੀ ਹੁੰਦਾ, ਕੋਈ ਬੇਸਹਾਰਾ ਬਜ਼ੁਰਗ ਹੁੰਦਾ, ਆਪਣੇ ਪ੍ਰਸ਼ਾਦੇ ਵਿੱਚੋਂ ਕੁਝ ਹਿੱਸਾ ਉਸ ਨੂੰ ਛਕਾ ਕੇ ਆਉਂਦੇ। ਤਾਂ ਦਾਨ ਦਾ ਮਹਾਰਾਜ ਜੀ ਨੇ ਉਪਦੇਸ਼ ਕੀਤਾ ਹੈ। ਪਹਿਲਾਂ ਆਪ ਕਮਾਇਆ ਸਾਰਾ ਮਹਾਰਾਜ ਨੇ। ਸੋ ਇਸ ਤਰ੍ਹਾਂ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਅੰਮ੍ਰਿਤ ਵੇਲੇ ਉਠੇ, ਇਸ਼ਨਾਨ ਪਾਣੀ ਕੀਤਾ, ਨਿਤ ਦੇ ਸੁਭਾਅ ਮੁਤਾਬਕ ਚੌਂਕੜਾ ਲਾ ਕੇ ਸਮਾਧੀ ਸਥਿਤ ਹੋ ਜਾਂਦੇ ਨੇ। ਦਿਨ ਚੜ੍ਹ ਜਾਂਦਾ, ਜਾਨਵਰ ਪੰਛੀ ਬੋਲਣ ਲੱਗ ਜਾਂਦੇ ਨੇ। ਮਾਤਾ ਵੱਲੋਂ ਲਿਆਂਦਾ ਜੋ ਜਲ ਪਾਣੀ ਆ ਛਕ ਕੇ, ਹਾਂਜੀ, ਗੋ ਮਹਿ ਕੀ ਚਾਰਨ ਅਨੁਰਾਗੇ। ਹੁਣ ਖੁਸ਼ੀ ਖੁਸ਼ੀ ਅੱਜ ਡੰਡਾ ਚੱਕ ਲਿਆ। ਡੰਡਾ ਚੱਕ ਕੇ ਮੱਝਾਂ ਗਾਵਾਂ ਨੂੰ ਲੱਗ ਪਏ ਖੋਲਣ। ਨਿਜ ਹਾਥਨ ਦਾਮਨ ਤੇ ਖੋਲੀ। ਆਪਣੇ ਹੱਥਾਂ ਦੇ ਨਾਲ ਮੱਝਾਂ ਗਾਵਾਂ ਖੋਲੀਆਂ ਮਹਾਰਾਜ ਨੇ। ਅੱਜ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੇ ਹੱਥੀ ਡੰਗਰਾਂ ਦੇ ਜਿਵੇਂ ਰੱਸੇ ਖੋਲ ਕੇ ਹਾਂਕਤ ਚਲੇ ਇਕਤ ਕਰ ਟੋਲੀ। ਤੇ ਸਾਰੇ ਮੱਝਾਂ ਗਾਵਾਂ ਨੂੰ ਇਕੱਠੇ ਕਰਕੇ ਪਿੱਛੋਂ ਮੱਝਾਂ ਗਾਵਾਂ ਨੂੰ ਹੱਕਦੇ ਹੋਏ ਚਾਰਨ ਵਾਸਤੇ ਜੰਗਲ ਵੱਲ ਨੂੰ ਤੁਰ ਪਏ। ਲਏ ਲਸ਼ਟਕਾ ਦੇਤ ਹੰਗੂਰਾ। ਪਿੱਛੋਂ ਸੋਟੀਆਂ ਵੀ ਜਿਵੇਂ ਹੰਗੂਰਾ ਮਾਰਦੇ ਜਾਂਦੇ ਨੇ, ਡੰਗਰਾਂ ਨੂੰ ਅੱਗੇ ਹੱਕੀ ਦਾ ਇਸ ਤਰ੍ਹਾਂ ਹੱਕਦੇ ਜਾਂਦੇ ਹਨ। ਚਾਰਤ ਹਿਰਤ ਤ੍ਰਿਣ ਸੁਖ ਪੂਰਾ। ਹੁਣ ਮਹਾਰਾਜ ਜੀ ਜਿੱਥੇ ਵੀ ਹਰਾ ਹਰਾ ਘਾਹ ਦੇਖਦੇ ਨੇ ਉੱਥੇ ਡੰਗਰ ਪਸ਼ੂਆਂ ਨੂੰ ਚਾਰਨ ਵਾਸਤੇ ਲੈ ਜਾਂਦੇ ਹਨ। ਮਨੋ ਗੋਪਾਲ ਜੋ ਪਾਛਲ ਨਾਮਾ। ਹਾਂ, ਜਿਵੇਂ ਕ੍ਰਿਸ਼ਨ ਭਗਵਾਨ ਜੀ ਗਵਾਲਾ ਬਣ ਕੇ ਗਊਆਂ ਚਾਰਨ ਜਾਂਦੇ ਸੀ, ਅੱਜ ਉਵੇਂ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵੀ ਪਿਤਾ ਦਾ ਹੁਕਮ ਮੰਨ ਕੇ ਗਊਆਂ ਚਾਰਨ ਵਾਸਤੇ ਗਏ ਨੇ। ਜਿੱਥੇ ਕਿਤੇ ਵੀ ਸਾਖੀ ਆਵੇਗੀ, ਜੇ ਗੁਰਬਾਣੀ ਦੇ ਵਿੱਚ ਉਪਦੇਸ਼ ਆਉਂਦਾ ਕਾਹੇ ਪੂਤ ਝਗਰਤ ਹੋਂ ਸੰਗ ਬਾਪ, ਜਿਨਕੇ ਜੀਰੇ ਬਡੀਰੇ ਤੁਮ ਹੋ ਤਿਨ ਸਿਉ ਝਗਰਤ ਪਾਪ। ਜੇ ਗੁਰਬਾਣੀ ਦੇ ਵਿੱਚ ਉਪਦੇਸ਼ ਹੋਇਆ ਤਾਂ ਕਿਤੇ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਮਹਿਤਾ ਕਾਲੂ ਜੀ ਦੀ ਬਰਾਬਰੀ ਨਹੀਂ ਕਰਦੇ। ਪੂਰੀ ਸਾਖੀ ਦੇ ਵਿੱਚ ਸੁਣ ਲਿਓ। ਕਿਤੇ ਪਿਤਾ ਜੀ ਮਾਰਨਗੇ ਵੀ, ਘੂਰਨਗੇ ਵੀ, ਚੁੱਪ ਕਰ ਜਾਣਗੇ। ਬਸ ਚੁੱਪ ਕਰ ਜਾਣਗੇ। ਭਾਵੇਂ ਕਾਰ ਵਿਹਾਰ ਉਹੀ ਕਰਨੇ ਨੇ ਜੋ ਪਰਮੇਸ਼ਰ ਵੱਲੋਂ ਹੁਕਮ ਹੋਇਆ, ਜਿਸ ਕੰਮ ਵਾਸਤੇ ਅਵਤਾਰ ਧਾਰਨ ਕੀਤਾ ਹੈ, ਪਰ ਬਰਾਬਰੀ ਨਹੀਂ ਕਰਨਗੇ ਪਿਤਾ ਦੀ। ਹਮੇਸ਼ਾ ਸਾਖੀ ਦੇ ਵਿੱਚ ਆਉਂਦਾ ਵੀ ਪਿਤਾ ਦੇ ਚਰਨੀ ਹੱਥ ਲਾਉਣਾ, ਮਾਤਾ ਦੇ ਚਰਨੀ ਹੱਥ ਲਾਉਣਾ, ਸਾਰਿਆਂ ਦੇ ਨਾਲ ਬਰਾਬਰਦਿਆਂ ਦੇ ਨਾਲ ਪ੍ਰੇਮ ਨਾਲ ਬੋਲਣਾ, ਵੱਡਿਆਂ ਦਾ ਸਤਿਕਾਰ ਕਰਨਾ,
ਮਿੱਠੇ ਮਿੱਠੇ ਬੋਲ ਬੋਲਣੇ, ਕੌੜੇ ਬਚਨਾਂ ਤੋਂ ਬਚਣਾ। ਹੁਣ ਜਦੋਂ ਕੋਈ ਅਵਤਾਰ ਜਾਂ ਗੁਰੂ ਆਪ ਪਹਿਲਾਂ ਸਾਰਾ ਚੱਲ ਕੇ ਆਉਂਦਾ, ਫਿਰ ਜਗਤ ਨੂੰ ਉਹ 'ਤੇ ਸਿੱਖਿਆ ਦਿੱਤੀ ਜਾਂਦੀ ਹੈ। ਕਿਉਂਕਿ ਜਦੋਂ ਕੋਈ ਚੀਜ਼ ਹੁੰਦਾ ਹੈ, ਉਹਨੂੰ ਦੇਖ ਕੇ ਅੱਗੇ ਉਹ ਚਾਲ ਬਣਦੀ ਹੈ। ਫਿਰ ਜੇ ਮਹਾਰਾਜ ਜੀ ਆਪ ਨਾ ਅੰਮ੍ਰਿਤ ਵੇਲੇ ਉੱਠਦੇ ਤਾਂ ਫਿਰ ਗਾਹਾਂ ਨੂੰ ਸਿੱਖ ਵੀ ਦਿਨ ਚੜ੍ਹੇ ਉੱਠਦੇ ਸਾਰੇ। ਹੁਣ ਮਹਾਰਾਜ ਜੀ ਆਪ ਅੰਮ੍ਰਿਤ ਵੇਲੇ ਉੱਠਦੇ ਤਾਂ ਫਿਰ ਅੱਗੇ ਸਿੱਖਾਂ ਨੂੰ ਵੀ ਉਪਦੇਸ਼ ਹੋਇਆ। ਗੁਰੂ ਅੰਗਦ ਦੇਵ ਜੀ ਮਹਾਰਾਜ ਵੀ, ਗੁਰੂ ਅਮਰਦਾਸ ਮਹਾਰਾਜ ਜੀ ਤਾਂ ਗਾਗਰ ਢੋਂਦੇ ਸੀ, ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਇਸ਼ਨਾਨ ਕਰਾਉਂਦੇ। ਸੋ ਇਸ ਪ੍ਰਕਾਰ ਪ੍ਰਗਟ ਕਰਤ ਹੈ ਜਨ ਸੁਖ ਧਾਮ। ਤਾਂ ਇਸ ਪ੍ਰਕਾਰ ਮਹਾਰਾਜ ਜੀ ਜਿਵੇਂ ਵੀ ਪਰਮੇਸ਼ਰ ਵੱਲੋਂ ਹੁਕਮ ਸੀ, ਉਸ ਤਰ੍ਹਾਂ ਦੇ ਕਾਰਜ ਕਰਨ ਹੇਤੂ ਵਿਧ ਬਣਾਉਂਦੇ ਹਨ। ਮੰਦ ਮੰਦ ਸ਼ੁਭ ਸੁਰ ਪੀ ਪਾਛੇ। ਤਾਂ ਹੌਲੀ ਹੌਲੀ ਨਾਲ ਤੁਰੀ ਜਾਂਦੇ ਨੇ, ਪਰਮੇਸ਼ਰ ਦੇ ਚਰਨਾਂ 'ਚ ਧਿਆਨ ਜੁੜਿਆ ਹੋਇਆ, ਤੇ ਗਊਆਂ ਵੀ ਚਾਰੀ ਜਾਂਦੇ ਹਨ। ਸਭ ਬਾਸੁਰ ਚਾਰਤ ਤ੍ਰਿਣਿਆਛੇ। ਤੇ ਵਧੀਆ ਉਸ ਦਿਨ ਨੰਗਰ ਪਸ਼ੂਆਂ ਨੂੰ ਸਾਰਿਆਂ ਨੂੰ ਰਜਾ ਕੇ ਲੈ ਕੇ ਆਏ। ਪਈ ਸਾਂਝਪੁਰ ਦਿਸਕੋ ਮੋਰੀ। ਜਦੋਂ ਸ਼ਾਮ ਹੋਈ ਤਾਂ ਸਾਰੇ ਪਸ਼ੂਆਂ ਨੂੰ ਘਰ ਨੂੰ ਲੈ ਆਏ। ਆਏ ਅਕਾਈ ਸਵਲੀ ਗੋਰੀ। ਸਾਰੀਆਂ ਜੜੀਆਂ ਕਾਲੀਆਂ ਬੂਰੀਆਂ ਮੱਝਾਂ ਸਾਰੀਆਂ ਰੱਜੀਆਂ ਦੇਖੀਆਂ, ਪਿਤਾ ਨੇ ਵੀ ਰਜਾ ਕੇ ਲੈ ਨਿਕਲ। ਪਿਤਾ ਜੀ ਵੀ ਬੜੇ ਖੁਸ਼ ਹੋਏ, ਮਾਤਾ ਜੀ ਵੀ ਖੁਸ਼ ਹੋਏ। ਕਾਲੂ ਹੇਰ ਹਰਖੀ ਉਰ ਭਾਰੀ। ਜਦੋਂ ਦੇਖਿਆ ਵੀ ਡੰਗਰ ਪਸ਼ੂ ਰੱਜੇ ਨੇ, ਬੜੇ ਖੁਸ਼ ਹੋਏ। ਚੰਗਾ ਮੱਝਾਂ ਗਾਵਾਂ ਨੇ ਦੁੱਧ ਦਿੱਤਾ। ਲਖਿਓ ਕੇ ਲਗਿਓ ਮੋਹੇ ਸੁਤਕਾਰੀ। ਮਨ ਵਿੱਚ ਇਹ ਖੁਸ਼ੀ ਆਈ ਵੀ ਮੇਰਾ ਪੁੱਤਰ ਕੰਮ ਲੱਗ ਗਿਆ ਕਰਨ। ਮੈਂ ਤਾਂ ਕਾਲੂ ਜੀ ਨੂੰ ਤਾਂ ਇਹ ਖੁਸ਼ੀ ਹੋਈ। ਖੈਰ ਅੱਜ ਮਹਾਰਾਜ ਜੀ ਆਪ ਚਾਰਨ ਗਏ ਨੇ। ਪਸ਼ੂ ਪੰਖੀ ਮੁਗਧ ਕੋ ਤਾਰੇ। ਪਸ਼ੂਆਂ ਦਾ ਵੀ ਜੀਵਨ ਬਣ ਜਾਂਦਾ ਹੈ। ਇਹ ਗੁਰੂਆਂ 'ਚ ਅਵਤਾਰਾਂ 'ਚ ਸੋਝੀ, ਅਵਤਾਰਾਂ 'ਚ ਤਾਕਤ ਹੁੰਦੀ ਹੈ ਕਿ ਇਹਨਾਂ ਨੂੰ ਪਸ਼ੂ ਬਿਰਤੀ ਨੂੰ ਵੀ ਸੋਝੀ ਲਿਆ ਦਿੰਦੇ ਨੇ। ਉਹਨਾਂ ਨੂੰ ਵੀ ਸੋਝੀ ਆ ਜਾਂਦੀ ਹੈ। ਉਹ ਦਿਨ ਬੜਾ ਖੁਸ਼ ਹੋ ਕੇ ਸਾਰਿਆਂ ਨੇ ਵੱਡਾ ਜ਼ਿਆਦਾ ਦੁੱਧ ਦਿੱਤਾ। ਇਹ ਗੱਲ ਤੋਂ ਮੈਂ ਤਾਂ ਕਾਲੂ ਜੀ ਵੀ ਬੜੇ ਖੁਸ਼ ਹੋਏ ਵੀ ਚੰਗੇ ਡੰਗਰ ਰੱਜ ਕੇ ਆਏ ਨੇ, ਤਾਂ ਹੀ ਇੰਨਾ ਦੁੱਧ ਦਿੱਤਾ ਅੱਜ। ਹਾਂਜੀ। ਸਨੇ ਸਨੇ ਪਰ ਚਹਿ ਸਭ ਕਾਮੂ। ਮੈਂ ਤਾਂ ਕਾਲੂ ਜੀ ਸੋਚੀਦਾ ਨੇ ਵੀ ਹੌਲੇ ਹੌਲੇ ਹੁਣ ਘਰ ਦਾ ਕੰਮ ਕਾਜ ਸਾਰਾ ਹੀ ਕਰ ਲੱਗ ਜਾਣਗੇ। ਤਜ ਹੈ ਉਦਾਸੀ ਹਿਤ ਕਰ ਧਾਮ। ਜਿਹੜੇ ਮਨ ਵਿੱਚ ਉਦਾਸੀ ਧਾਰਨ ਕਰਕੇ ਰੱਖਦੇ ਨੇ, ਤੁਰਨ ਫਿਰਨਗੇ, ਦੁਨੀਆ 'ਚ ਵਿਚਰਨਗੇ, ਇਹ ਤੋਂ ਹਟ ਜਾਣਗੇ। ਆਨ ਬਿਰਾਜੇ ਨਿਜ ਪ੍ਰਭ ਸਦਨਾ। ਤਾਂ ਬੜੇ ਖੁਸ਼ ਹੁੰਦੇ ਨੇ ਆਪਣੇ ਘਰ ਦੇ ਵਿੱਚ। ਸੁੰਦਰ ਕਮਲ ਪ੍ਰਫੁੱਲਤ ਬਦਨਾ। ਤੇ ਮਹਾਰਾਜ ਜੀ ਵੀ ਆਪਣੇ ਘਰ ਦੇ ਵਿੱਚ ਵਿਰਾਜ ਰਹੇ ਨੇ। ਪਿਤਾ ਜੀ ਬੜਾ ਪਿਆਰ ਕਰ ਰਹੇ ਨੇ ਵੀ ਅੱਜ ਮੇਰਾ ਪੁੱਤਰ ਕੰਮ ਕਰਕੇ ਆਇਆ ਹੈ। ਪੈ ਪੁਨ ਭਇਓ ਖਾਨ ਕਰ ਅਸਨਾ। ਭੋਜਨ ਛਕਿਆ, ਦੁੱਧ ਪੀਤਾ ਤੇ ਸਾਰੇ ਆਰਾਮ ਨਾਲ ਸੌਂ ਗਏ। ਪੌੜੀ ਪਾਏ ਦੇਹ ਪਰ ਬਸਨਾ। ਤਾਂ ਇਸ ਪ੍ਰਕਾਰ ਜਿਵੇਂ ਪੈਂਦੇ ਨੇ, ਹੁਣ ਮਾਤਾ ਵੀ ਖੁਸ਼ ਹੈ। ਹੁਣ ਜੇ ਕੋਈ ਧੀ ਪੁੱਤਰ ਕੰਮ ਕਾਜ ਕਰਕੇ ਲਿਆਵੇ ਤਾਂ ਘਰ ਦੇ ਵਿੱਚ ਪੁੱਛ ਹੁੰਦੀ ਹੈ। ਹੁਣ ਸਾਖੀ ਦੇ ਵਿੱਚ ਹੈ ਵੀ ਅੱਜ ਮਾਤਾ ਨੇ, ਜਿਹੜਾ ਮਾਤਾ ਵੀ ਉਦਾਸ ਰਹਿੰਦੀ ਸੀ, ਪਿਤਾ ਵੀ ਉਦਾਸ ਰਹਿੰਦਾ ਵੀ, ਤਾਂ ਕਰਦੇ ਹੀ ਕੁਛ ਨਹੀਂ, ਕੰਮ ਕਾਜ ਕੁਛ ਨਹੀਂ ਕਰਦੇ। ਪਰ ਅੱਜ ਪਹਿਲੇ ਦਿਨ ਡੰਗਰ ਪਸ਼ੂ ਚਾਰ ਕੇ ਲਿਆਏ ਨੇ, ਖੁਸ਼ ਨੇ। ਮਾਤਾ ਜੀ ਨੇ ਪ੍ਰੇਮ ਦੇ ਨਾਲ ਦੁੱਧ ਵੀ ਪਿਲਾਇਆ, ਸੁੱਤੇ ਪਿਆਂ ਦੇ ਉੱਪਰ ਚਾਦਰ ਵੀ ਦਿੱਤੀ ਹੈ ਵੀ ਸਾਡਾ ਪੁੱਤਰ ਹੁਣ ਦੁਨਿਆਵੀ ਕੰਮਾਂ ਵਿੱਚ ਪਰਚਣ ਲੱਗ ਪਿਆ। ਇਸ ਤਰ੍ਹਾਂ ਕਵੀ ਜੀ ਇਹ ਇਤਿਹਾਸ ਬੰਨ੍ਹਦੇ ਨੇ, ਲਿਖਦੇ ਨੇ। ਕਹਿਣ ਲੱਗੇ ਪਰਿਵਾਰ ਸਾਰਾ ਖੁਸ਼ ਸੀ ਉਸ ਦਿਨ। ਹਾਂਜੀ। ਕਾਲੂ ਉਠਿਓ ਵੱਡੀ ਪੁਨ ਸਾਰਾ। ਹੁਣ ਮੈਂ ਤਾਂ ਕਾਲੂ ਜੀ ਦਾ ਵੀ ਸੁਭਾਅ ਸੀ ਅੰਮ੍ਰਿਤ ਵੇਲੇ ਉੱਠਦੇ। ਸੁਤ ਨਾਨਕ ਉਠ ਬਚਨ ਉਚਾਰਾ। ਤਾਂ ਮਹਾਰਾਜ ਜੀ ਤਾਂ ਜਾਗਦੇ ਹੀ ਹੁੰਦੇ। ਮੈਂ ਤਾਂ ਕਾਲੂ ਜੀ ਵੀ ਸਵਖਤ ਹੀ ਉੱਠਦੇ। ਕਹਿਣ ਲੱਗੇ ਇਹ ਪੁੱਤਰ ਜੀ ਉਠੋ, ਅੰਮ੍ਰਿਤ ਵੇਲਾ ਹੋ ਗਿਆ ਹੈ, ਉੱਠ ਕੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਧਿਆਨ ਜੋੜੀਏ। ਪਿਤਾ ਬੈਨ ਸੁਨ ਕਰ ਜਗ ਸੁਆਮੀ। ਹੁਣ ਪਿਤਾ ਦੇ ਬਚਨ ਸੁਣ ਕੇ ਜਗਤ ਦੇ ਸੁਆਮੀ ਧੰਨ ਗੁਰੂ ਨਾਨਕ ਦੇਵ ਜੀ ਸੁਰਭੀ ਖੋਲ ਪਏ ਅਨੁਗਾਮੀ। ਫਿਰ ਉਸੇ ਪ੍ਰਕਾਰ ਭਜਨ ਬੰਦਗੀ ਦੇ ਵਿੱਚ ਲੀਨ ਹੋਣ ਤੋਂ ਬਾਅਦ ਸਵੇਰੇ ਪ੍ਰਸ਼ਾਦਾ ਪਾਣੀ ਛਕਿਆ ਔਰ ਡੰਗਰ ਪਸ਼ੂ ਖੋਲੇ ਔਰ ਉਹਨਾਂ ਨੂੰ ਲੈ ਗਏ ਚਾਰਨ ਵਾਸਤੇ। ਜਹਾਂ ਖੇਤ ਸੁੰਦਰ ਹਰਿਆਈ। ਹੁਣ ਜਿੱਥੇ ਜਿੱਥੇ ਹਰਿਆਲੀ ਹੁੰਦੀ ਮਹਾਰਾਜ ਜੀ ਉੱਥੇ ਉੱਥੇ ਡੰਗਰ ਚਾਰ ਕੇ ਲਿਆਉਂਦੇ। ਬਾਰ ਬਾਰ ਬਾਰੀ ਬਰਿਆਈ। ਹਾਂ, ਮੱਝਾਂ ਰੱਜ ਲੈਂਦੀਆਂ, ਬਾਰ ਬਾਰ ਮੱਝਾਂ ਮੁੜ ਮੁੜ ਕੇ ਉਸ ਪਾਸੇ ਨੂੰ ਜਾਂਦੀਆਂ। ਚੌਪਈ ਆਪ ਸੋਏਗੇ ਹੋਏ ਸੁਖਾਰੇ। ਹੁਣ ਇੱਕ ਦਿਨ ਕੀ ਹੋਇਆ, ਹੁਣ ਘਣੇ ਜੰਗਲ ਦੇ ਵਿੱਚ ਮੱਝਾਂ ਚੱਰ ਰਹੀਆਂ ਸੀ।
ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਪਣੇ ਨਿੱਜ ਦੇ ਸੁਭਾਅ ਮੁਤਾਬਕ ਮਹਾਰਾਜ ਤਾਂ ਜੰਗਲ 'ਚ ਛੱਡ ਦਿੰਦੇ ਤੇ ਆਪ ਸਮਾਧੀ ਸਥਿਤ ਹੋ ਜਾਂਦੇ। ਤਾਂ ਮਹਾਰਾਜ ਜੀ ਤਾਂ ਇੱਕ ਦਰਖਤ ਦੇ ਘਣੀ ਛਾਂ ਦੇਖੀ ਤੇ ਲੰਬੇ ਲੇਟ ਕੇ ਮਹਾਰਾਜ ਪਰਮੇਸ਼ਰ ਦੇ ਚਰਨਾਂ ਨਾਲ ਧਿਆਨ ਜੋੜਿਆ। ਐਸੇ ਸਮਾਧੀ ਸਥਿਤ ਹੋਏ, ਕੋਈ ਖਬਰ ਨਾ ਰਹੀ ਡੰਗਰ ਪਸ਼ੂਆਂ ਦੀ। ਸਵੇਰ ਤੋਂ ਲੈ ਕੇ ਐਸੇ ਮਸਤ ਬਿਰਤੀ ਮਹਾਰਾਜ ਜੀ ਨੇ ਧਾਰਨ ਕੀਤੀ। ਹੁਣ ਡੰਗਰ ਚਰਦੇ ਚਰਦੇ ਇੱਕ ਨੇੜੇ ਕਿਸੇ ਕਿਸਾਨ ਦਾ ਖੇਤ ਸੀ, ਉਹਦੇ ਵਿੱਚ ਜਾ ਬੜੇ। ਇਸ ਤਰ੍ਹਾਂ ਦੀ ਹੁਣ ਸਾਖੀ ਚੱਲੇਗੀ ਸਾਰੀ। ਹਾਂਜੀ। ਖਾਤ ਖੇਤ ਨਹਿ ਅਨਤ ਪਧਾਰੇ। ਹੁਣ ਮੱਝਾਂ ਚਰਦੀਆਂ ਚਰਦੀਆਂ ਜਾਨੀ ਨੇੜੇ ਖੇਤ ਸੀ, ਉਹ ਖੇਤ ਦੇ ਵਿੱਚ ਵੜ ਗਈਆਂ। ਹੁਣ ਜਿਵੇਂ ਕਣਕ ਹੁੰਦੀ ਹੈ, ਕਣਕ ਜਿਹੜੀ ਹੈ ਜਾਨੀ ਉੱਗੀ ਹੋਵੇ ਥੋੜ੍ਹੀ ਥੋੜ੍ਹੀ ਗਿੱਠਕ ਤੇ ਸਾਰਾ ਹਰਿਆਲੀ ਹੁੰਦੀ ਹੈ। ਹੁਣ ਮੱਝਾਂ ਗਾਵਾਂ ਚਰੀ ਗਈਆਂ, ਸ਼ਾਮ ਤੱਕ ਰੱਜ ਗਈਆਂ, ਰੱਜ ਕੇ ਬੈਠ ਵੀ ਗਈਆਂ। ਮੱਝਾਂ ਖੇਤ 'ਚ ਬੈਠ ਜਾਂਦੀਆਂ ਰੱਜ ਪੁੱਜ ਕੇ। ਮਹਾਰਾਜ ਜੀ ਉਸੇ ਪ੍ਰਕਾਰ ਰਾਮ ਦੇ ਵਿੱਚ ਪਏ ਨੇ। ਹਾਂਜੀ। ਜਬ ਸਭ ਚਰਗੀ ਗੋ ਗੋ ਤੁਮੀ। ਤੇ ਪਹਿਲਾਂ ਇੰਨੀ ਕਿੰਨੀ ਜਿਵੇਂ ਇੰਨੀ ਜ਼ਮੀਨਾਂ ਤਾਂ ਹੁੰਦੀਆਂ ਨੇ, ਮਸਾਂ ਹੀ ਬਲਦਾਂ ਦੇ ਨਾਲ ਮਾੜੀ ਮਾੜੀ ਖੱਤੇ ਖੁੱਤੇ ਜੇ ਸਿੱਧੇ ਕਰਦੇ ਤੇ ਉਹਨਾਂ ਨੂੰ ਬਾਂਹਦੇ ਥੋੜ੍ਹੀ ਥੋੜ੍ਹੀ ਜਿਹੀ ਕਣਕ ਦੀ ਖੱਤੀਆਂ ਹੁੰਦੀਆਂ। ਤੇ ਜਿਹੜੀ ਉਹ ਕਿਸਾਨ ਦੀ ਖੱਤੀ ਸੀ ਕਣਕ ਦੀ, ਉਹ ਸਾਰੀ ਖਾ ਗਈ ਮੱਝਾਂ। ਖੇਤ ਸਾਫ਼ ਕਰ ਦਿੱਤਾ ਜਮਾਂ ਤੇ ਜਾੜਾ ਹੀ ਕਰ ਦਿੱਤਾ। ਆਰਾਮ ਨਾਲ ਮੱਝਾਂ ਖਾ ਖੂ ਕੇ ਬੈਠ ਗਈਆਂ। ਦਿਵਸ ਚਰੇ ਆਇਓ ਵਹਿ ਭੂਮੀ। ਤਾਂ ਜਦੋਂ ਹੁਣ ਕਿਸਾਨ ਆਇਆ, ਜਿਹਦੀ ਉਹ ਸੀ ਸ਼ਾਮ ਵੇਲੇ ਕਹਿ ਲਓ, ਸ਼ਾਮ ਵੇਲੇ ਕਹਿ ਲਓ, ਜਦੋਂ ਕਿਸਾਨ ਗੇੜਾ ਮਾਰਨ ਖੇਤਾਂ ਵਿੱਚ ਪਹੁੰਚਿਆ ਤਾਂ ਦੇਖਦਾ ਵੀ ਮੇਰੀ ਤਾਂ ਫਸਲ ਸਾਰੀ ਜਿਹੜੀ ਪਈ ਹੈ। ਹਾਂਜੀ। ਹੇਰ ਕਿਦਾਰ ਸੋ ਭਇਓ ਹੈਰਾਨਾ। ਖੇਤ ਦਾ ਕਿਸਾਨ ਦੇਖ ਕੇ ਹੈਰਾਨ ਹੋ ਜਾਂਦਾ ਵੀ ਮੇਰਾ ਤਾਂ ਸਾਰਾ ਹੀ ਖੇਤ ਉਜੜ ਗਿਆ। ਕ੍ਰਿਸ਼ਚਾਰੀ ਕਿਨ ਢੀਠ ਮਹਾਨਾ। ਕਿ ਇਹ ਕਿਸ ਢੀਠ ਦੇ ਡੰਗਰ ਹਨ, ਯਾਨੀ ਬਹੁਤ ਕੌੜੇ ਲਫ਼ਜ਼ ਗਾਲਾਂ ਲੱਗ ਪਿਆ ਕੱਢਣ ਉੱਥੇ ਹੀ ਖੇਤ ਵਿੱਚ ਖੜ ਕੇ ਕਿ ਡੰਗਰ ਕਿਸ ਦੇ ਹਨ। ਰੁਕੇ ਮਾਰਦਾ, ਕੌਣ ਹੈ ਡੰਗਰਾਂ ਦੇ ਨਾਲ, ਕਿਹਦੇ ਡੰਗਰ ਹਨ ਜਿਹਨੇ ਮੇਰੇ ਖੇਤ ਵਿੱਚ ਬਾੜੇ ਨੇ। ਇਸ ਤਰ੍ਹਾਂ ਜਦੋਂ ਉੱਚੀ ਉੱਚੀ ਲੱਗਿਆ ਬੋਲਣ, ਇੱਧਰ ਉੱਧਰ ਲੱਗਿਆ ਦੇਖਣ ਵੀ ਕੋਈ ਤਾਂ ਹੋਊ ਨਾਲ। ਸਿੰਚ ਸਿੰਚ ਮੈਂ ਬਹੁਤ ਦਿਨ ਹਾਰਿਓ। ਕਿ ਮੈਂ ਤਾਂ ਬਹੁਤ ਔਖਾ ਬਲਦਾਂ ਦੇ ਨਾਲ ਪਾਣੀ ਸਿੰਚ ਸਿੰਚ ਕੇ ਬਹੁਤ ਔਖੀ ਫਸਲ ਪਾਲੀ ਸੀ। ਕਹਿ ਨਿਡਰ ਸਭ ਖੇਤ ਉਜਾਰਿਓ। ਕਿਸ ਨਿਡਰ ਨੇ, ਜਿਹਨੂੰ ਡਰ ਨਹੀਂ ਹੈ ਕਿਸੇ ਦਾ, ਰਾਜੇ ਦਾ ਡਰ ਨਹੀਂ ਹੈ, ਸਜ਼ਾ ਦਾ ਡਰ ਨਹੀਂ, ਕਿਸੇ ਦਾ ਡਰ ਨਹੀਂ ਮੰਨਦਾ। ਕਿਸ ਨਿਡਰ ਨੇ ਮੇਰੇ ਖੇਤ ਜਾੜੇ ਹਨ। ਖਾਏ ਅਕਾਏ ਰਹੀ ਵਿੱਚ ਬੈਸੀ। ਕਹਿਣ ਲੱਗੇ ਇੰਨਾ ਵੀ ਦੇਖੋ ਜਮਾ ਵੀ ਉਹ ਫਿਕਰ ਨਹੀਂ, ਮੱਝਾਂ ਖਾ ਖਾ ਕੇ ਰੱਜ ਕੇ ਬਹਿ ਗਈਆਂ ਖੇਤ ਵਿੱਚ। ਵੀ ਇੱਕ ਤਾਂ ਹੁੰਦਾ ਵੀ ਚਲੋ ਵੜ ਗਈਆਂ, ਕੁਛ ਚੋਰੀਆਂ ਤੇ ਖਿਆਲ ਆਇਆ ਤਾਂ ਮੋੜ ਲੀਆਂ। ਕਹਿੰਦੇ ਇਹ ਤਾਂ ਸ਼ਾਮ ਤੱਕ ਕਿਸੇ ਨੇ ਵੀ ਨਹੀਂ ਇਹਨਾਂ ਨੂੰ ਰੋਕਿਆ, ਤਾਂ ਖਾ ਕੇ ਪੂਰਾ ਖੇਤ ਰੱਜ ਕੇ ਖੇਤ ਵਿੱਚ ਹੀ ਬਹਿ ਗਈਆਂ। ਲਖੀ ਕਿ ਨਹਿ ਬਿਨ ਖਸਮੀ ਜੈਸੀ। ਹਾਂ, ਕਹਿਣ ਲੱਗੇ ਇਹਨਾਂ ਦਾ ਮਾਲਕ ਹੈ ਕੌਣ ਅਸਲ 'ਚ। ਇਸ ਤਰ੍ਹਾਂ ਉੱਚੀ ਉੱਚੀ ਜਦੋਂ ਗਾਲਾਂ ਕੱਢਦਾ ਹੈ। ਬਚ ਉੱਚੇ ਸੁਨ ਸ੍ਰੀ ਗੁਰ ਜਾਗੇ। ਜਦੋਂ ਉੱਚੀ ਉੱਚੀ ਪੂਰਾ ਕਲਪ ਹੋਇਆ ਜ਼ਿਮੀਂਦਾਰ ਤਾਂ ਉੱਚੀ ਉੱਚੀ ਜਦੋਂ ਗਾਲਾਂ ਕੱਢ ਰਿਹਾ ਸੀ, ਕਲਪ ਰਿਹਾ ਸੀ, ਜਦੋਂ ਇਹ ਆਵਾਜ਼ ਧੰਨ ਗੁਰੂ ਨਾਨਕ ਮਹਾਰਾਜ ਦੇ ਕੰਨਾਂ ਵਿੱਚ ਪਈ, ਉਠ ਕਰ ਬਹਿਰ ਨਿਕਾਸਨ ਲਾਗੇ। ਤਾਂ ਮਹਾਰਾਜ ਜੀ ਕੁਛ ਨਾ ਕਿਸਾਨ ਨੂੰ ਬੋਲੇ, ਲੈ ਕੇ ਡੰਡਾ ਮੱਝਾਂ ਨੂੰ ਲਾਗੇ ਹੱਕਣ ਖੇਤ ਵਿੱਚੋਂ। ਜਦੋਂ ਖੇਤ ਵਿੱਚੋਂ ਮੱਝਾਂ ਹੱਕਣ ਲੱਗੇ, ਰਾਹਕ ਕਰਤ ਕ੍ਰੋਧ ਕਹਿ ਉੱਚੇ। ਹੁਣ ਕਿਸਾਨ ਜਿਹੜਾ ਉਹ ਤਾਂ ਕ੍ਰੋਧ ਦੇ ਵਿੱਚ ਬੋਲਦਾ ਸੀ, ਬਹੁਤ ਉੱਚੀ ਉੱਚੀ ਬੋਲਦਾ ਹੈ, ਬੜੇ ਅਪਸ਼ਬਦ ਵੀ ਵਰਤਦਾ ਹੈ। ਜਾਣਨ ਦੇਉ ਤੂੰ ਮਹਿ ਘਰ ਸੂਚੇ। ਕਹਿਣ ਲੱਗੇ ਜਦੋਂ ਡੰਗਰ ਲੈ ਕੇ ਮਹਾਰਾਜ ਜੀ ਲੱਗੇ ਨਾ ਜਾਣ ਪਸ਼ੂ ਨੂੰ, ਕਿਸਾਨ ਨੇ ਮੂਹਰੋਂ ਰੋਕ ਲਿਆ, ਹੱਥ ਫੜ ਲਿਆ। ਕਹਿਣ ਲੱਗਾ ਇਹ ਮੈਨੂੰ ਦੇ ਡੰਡਾ, ਮੈਨੂੰ ਫੜਾ। ਹੁਣ ਤੂੰ ਡੰਗਰ ਪਸ਼ੂ ਲੈ ਕੇ ਘਰ ਨਹੀਂ ਜਾ ਸਕਦਾ, ਨਾ ਤੈਨੂੰ ਜਾਣ ਦੇਵਾਂ ਨਾ ਤੇਰੇ ਮੱਝਾਂ ਗਾਈਆਂ ਨੂੰ ਜਾਣ ਦੇਵਾਂ। ਪਹਿਲਾਂ ਮੇਰੇ ਖੇਤ ਦਾ ਇੱਥੇ ਜੁਰਮਾਨਾ ਭਰ, ਮੇਰੀ ਫਸਲ ਦਾ ਨੁਕਸਾਨ ਦੇ ਮੈਨੂੰ। ਆ ਦੇਖ ਮੇਰਾ ਹਰਿਆ ਭਰਿਆ ਤਾਂ ਖੇਤ ਜੜਵਾ ਦਿੱਤਾ ਹੈ। ਸਭ ਕਿਦਾਰ ਕੋ ਪਰਹੋ ਉਜਾਰਾ। ਜਿੰਨਾ ਮੇਰੀ ਫਸਲ ਦਾ ਉਜਾੜਾ ਹੋਇਆ ਹੈ ਸਾਰਾ ਪਹਿਲਾਂ ਭਰ ਇੱਥੇ। ਨਤਰ ਚਲੋ ਟਿਗਰਾਏ ਬੁਲਾਰਾ। ਨਹੀਂ ਤਾਂ ਮੈਂ ਰਾਏ ਬੁਲਾਰ ਕੋਲੇ, ਉਸ ਟਾਈਮ ਦਾ ਹਾਕਮ ਸੀ ਰਾਏ ਬੁਲਾਰ, ਰਾਜਾ ਸੀ ਤੇ ਉਹਦਾ ਪਟਵਾਰੀ ਸੀ ਮਹਿਤਾ ਕਾਲੂ ਜੀ। ਹੁਣ ਕਿਸਾਨ ਜਿਹੜਾ ਹੈ ਕ੍ਰੋਧ ਦੇ ਵਿੱਚ ਕਹਿੰਦਾ ਹੈ, ਕਹਿੰਦੇ ਤੂੰ ਆਪ ਦੇ ਘਰ ਦਾ ਤਾਂ ਤੁਸੀਂ ਨੁਕਸਾਨ ਕਰਦੇ ਹੀ ਸੀ, ਤੇਰੀ ਮਸਤਾਨੀ ਜੀ ਬਿਰਤੀ ਹੈ। ਮਹਾਰਾਜ ਨੂੰ ਕਹਿੰਦੇ ਕੰਮ ਕਾਜ ਤੁਸੀਂ ਕੋਈ ਕਰਦੇ ਨਹੀਂ, ਤੇਰੇ ਪਿਤਾ ਨੇ ਤੈਨੂੰ ਡੰਗਰ ਚਾਰਨ ਭੇਜਿਆ, ਉੱਥੇ ਵੀ ਪੂਰੀ ਨਾ ਪਾਈ, ਮੇਰਾ ਖੇਤ ਚਾੜ ਦਿੱਤਾ।
ਇਸ ਤਰ੍ਹਾਂ ਕਰਕੇ ਬਹੁਤ ਇਸ ਤਰ੍ਹਾਂ ਦੇ ਲਫ਼ਜ਼ ਵਰਤਦਾ ਹੈ। ਤਾਂ ਇਸ ਤਰ੍ਹਾਂ ਕਰਕੇ ਕਹਿਣ ਲੱਗੇ ਹੁਣ ਮੈਂ ਰਾਏ ਬੁਲਾਰ ਕੋਲੇ ਜਾ ਕੇ ਸ਼ਿਕਾਇਤ ਕਰਾਂਗਾ। ਅਸ ਕਹਿ ਸਭ ਸੁਰ ਬੀਲ ਹਾਂਕੀ। ਹੁਣ ਕੀ ਕਰਿਆ ਉਸਨੇ, ਕਿਸਾਨ ਨੇ ਲੈ ਕੇ ਮਹਾਰਾਜ ਤੋਂ ਡੰਡਾ ਮੱਝਾਂ ਨੂੰ ਹੱਕਣ ਲੱਗ ਗਿਆ, ਲੈ ਕੇ ਤੁਰ ਪਿਆ ਆਪਣੇ ਵੱਲ ਨੂੰ। ਰਿਸ ਪੁਨ ਸ਼ੋਕ ਬਿਖੈ ਮਤ ਤਾਂਕੀ। ਹੁਣ ਬਹੁਤ ਕ੍ਰੋਧ ਦੇ ਵਿੱਚ ਭਰਿਆ ਹੈ, ਨਾਲੇ ਉੱਚੀ ਉੱਚੀ ਬੋਲਦਾ ਜਾਂਦਾ ਹੈ। ਪੁਨ ਕਮਲਾਨਨ ਬਚਨ ਉਚਾਰੇ। ਮਹਾਰਾਜ ਜੀ ਜਾਨੀ ਗੁੱਸਾ ਨਹੀਂ ਕਰਿਆ ਮਹਾਰਾਜ ਜੀ ਨੇ, ਜਿਵੇਂ ਦਾ ਉਹਨੇ ਸੁਭਾਅ ਧਾਰਨ ਕੀਤਾ ਉਸਾ ਸੁਭਾਅ ਨਹੀਂ ਧਾਰਨ ਕੀਤਾ ਮਹਾਰਾਜ। ਹੁਣ ਜੇ ਕਿਤੇ ਆਪਣੇ ਖੇਤ ਵਿੱਚ ਕਿਸੇ ਦੇ ਡੰਗਰ ਪਸ਼ੂ ਵੜ ਜਾਣ, ਮਾੜਾ ਜਿਹਾ ਚਰ ਜੇ, ਜਾਂ ਕੋਈ ਵਿਚਾਰੇ ਕਿਸੇ ਗਾਡਰੀਏ ਦੀ ਭੇਡ ਵੜ ਜੇ, ਜਾਂ ਤਾਂ ਉਹ ਗਾਡਰੀਆ ਹੀ ਜਾਣਦਾ ਜਾਂ ਫਿਰ ਉਹ ਜ਼ਿਮੀਂਦਾਰੇ ਜਾਣਦੇ ਵੀ ਉਹਦੇ ਨਾਲ ਕੀ ਕੁਛ ਕਰਦਾ ਵਿਚਾਰੇ ਨਾਲ। ਚਾਹੇ ਥੋੜ੍ਹਾ ਹੀ ਨੁਕਸਾਨ ਹੋਵੇ ਪਰ ਉਹ ਗਰੀਬ ਦੇ ਵਿਚਾਰੇ ਦੇ ਮਾਰ ਮਾਰ ਰਖੜੇ ਅਗਲੇ ਦਾ ਲਾਲ ਕਰ ਦਿੰਦਾ, ਨਹੀਂ ਥਾਣੇ 'ਚ ਫਸਾਊ ਜਾ ਕੇ। ਯਾਨੀ ਉਹਨੂੰ ਐਸੀ ਕਿਹੜੀ ਗਾਲ ਆ ਜਿਹੜੀ ਨਹੀਂ ਕੱਢੂਗਾ। ਹੁਣ ਤਾਂ ਕਿਵੇਂ ਹੀ ਹੁੰਦਾ, ਮਾੜਾ ਜਿਹਾ ਕੋਈ ਮੱਝ ਕੋਈ ਗਾਂ ਵੜ ਜੇ ਅਗਲਾ ਝੜੀ ਲਾ ਦਿੰਦਾ ਗਾਲਾਂ ਦੀ। ਹੁਣ ਉਹਦਾ ਤਾਂ ਪੂਰਾ ਖੇਤ ਉਜੜਿਆ ਸੀ ਵਿਚਾਰੇ ਦਾ। ਹੁਣ ਜਦੋਂ ਉਹਨੇ ਪੂਰਾ ਕ੍ਰੋਧ ਦੇ ਨਾਲ ਬੋਲਿਆ ਔਰ ਮਹਾਰਾਜ ਜੀ ਦੀਆਂ ਮਹਿਸਾਂ ਗਾਵਾਂ ਨੂੰ ਹੱਕਣ ਲੱਗਿਆ ਡੰਡਾ ਲੈ ਕੇ, ਤਾਂ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਇਸ ਤਰ੍ਹਾਂ ਬਚਨ ਉਚਾਰਨ ਲੱਗੇ। ਗੋਦਨ ਤਜ ਦੇਹੁ ਸ਼ੋਕ ਬਿਸਾਰੇ। ਉਹ ਭਾਈ ਕਹਿਣ ਲੱਗੇ ਮੱਝਾਂ ਗਾਵਾਂ ਨੂੰ ਤੂੰ ਇੱਥੇ ਹੀ ਛੱਡ ਦੇ, ਕਿੱਥੇ ਲੈ ਕੇ ਜਾਣਾ ਹੈ। ਮਨ ਵਿੱਚ ਕ੍ਰੋਧ ਨਾ ਧਾਰਨ ਕਰ, ਇੰਨਾ ਕ੍ਰੋਧ ਚੰਗਾ ਨਹੀਂ ਹੈ ਕਰਨਾ। ਪਰਾਲਬਧ ਤੁਮਰੀ ਹੈ ਜੇਤੀ। ਕਹਿਣ ਲੱਗੇ ਜਿੰਨੀ ਤੈਨੂੰ ਪਰਮੇਸ਼ਰ ਨੇ ਤੇਰੇ ਕਰਮਾਂ 'ਚ ਪਰਾ ਲੱਭਦਾ ਉਨਾ ਹੀ ਤੈਨੂੰ ਫਸਲ ਮਿਲ ਜਾਵੇਗੀ। ਬਰਕਤ ਪਾਏ ਪ੍ਰਭੂ ਅਬ ਤੇਤੀ। ਉਨੀ ਕੁ ਤੈਨੂੰ ਬਰਕਤ ਪਾ ਦੇਵੇਗਾ ਪਰਮੇਸ਼ਰ। ਬਿਗਰਨ ਹਾਰ ਬਿਗਰ ਸੋ ਜਾਈ। ਹੁਣ ਦੇਖ ਭਾਈ, ਹੁਣ ਤੇਰਾ ਖੇਤ ਜਿਹੜਾ ਵਿਗੜਨਾ ਸੀ ਉਹ ਤਾਂ ਵਿਗੜ ਗਿਆ। ਮਹਾਰਾਜ ਕਹਿੰਦੇ ਹੁਣ ਗਾਲਾਂ ਕੱਢਣ ਦੇ ਨਾਲ, ਕ੍ਰੋਧ ਕਰਨ ਦੇ ਨਾਲ ਹੁਣ ਤੇਰੀ ਫਸਲ ਉੱਗਣ ਤਾਂ ਨਹੀਂ ਲੱਗੀ। ਮਹਾਰਾਜ ਕਹਿੰਦੇ ਹੁਣ ਗਾਲਾਂ ਦੇ ਨਾਲ ਤੈਨੂੰ ਕੁਛ ਮਿਲਣਾ ਤਾਂ ਹੈ ਨਹੀਂ। ਹੁਣ ਜਿਹੜਾ ਕੰਮ ਵਿਗੜ ਗਿਆ ਸੋ ਵਿਗੜ ਗਿਆ, ਹੁਣ ਸਿਮਰਨਾ ਥੋੜ੍ਹਾ ਹੈ। ਹੁਣ ਕ੍ਰੋਧ ਤਾਂ ਤੂੰ ਅਜਾਈ ਹੀ ਕਰਦਾ। ਮਹਾਰਾਜ ਕਹਿੰਦੇ ਹਾਂਜੀ ਬਹੁਰ ਨ ਸਬਰ ਹੈ ਕਰ ਹੈ ਲੜਾਈ। ਹੁਣ ਲੜਾਈ ਕਰਨ ਨਾਲ ਕਿਹੜਾ ਤੇਰਾ ਸਬਰ ਜੇਗਾ ਕਾਰਜ ਜਿਹੜਾ ਵਿਗੜ ਗਿਆ ਹੈ। ਜੋ ਨਿਜ ਭਾਗ ਸਬਰ ਨੀ ਹੋਈ। ਬਸ ਜਿੰਨੇ ਕੁ ਤੇਰੇ ਭਾਗਾਂ ਵਿੱਚ ਹੈ ਉਨੇ ਕੁ ਤੈਨੂੰ ਫਸਲ ਪ੍ਰਾਪਤ ਹੋ ਜਾਣੀ ਹੈ। ਤਹਿ ਨ ਵਿਗਾੜ ਸਕੈ ਕੋ ਕੋਈ। ਪਰਾ ਲਬਦ ਨਹੀਂ ਤੇਰੀ ਕੋਈ ਖੋ ਸਕਦਾ। ਮਹਾਰਾਜ ਕਹਿੰਦੇ ਤੇਰੇ ਹੱਥਾਂ ਤੋਂ ਨਹੀਂ ਕੋਈ ਖੋ ਸਕਦਾ, ਉਨੀ ਤੈਨੂੰ ਪ੍ਰਾਪਤ ਹੋ ਜਾਵੇਗੀ। ਜਗਤ ਨਾਥ ਕੀ ਹੈ ਸਭ ਹਾਥਾ। ਭਾਈ ਇਹ ਸਾਰੀ ਗੱਲ ਪਰਮੇਸ਼ਰ ਦੇ ਹੱਥ ਹੈ, ਘਬਰਾ ਨਾ ਤੂੰ। ਪਰਮੇਸ਼ਰ ਬਹੁਤ ਵੱਡਾ ਹੈ, ਉਹ ਕਿਰਪਾ ਕਰ ਦਿੰਦਾ, ਕਿਸੇ ਨੂੰ ਭੁੱਖਾ ਨਹੀਂ ਮਾਰਦਾ। ਜ਼ਿਮੀਂਦਾਰ ਕਹਿੰਦਾ ਮੈਂ ਤਾਂ ਭੁੱਖਾ ਮਰ ਜਾਵਾਂਗਾ। ਮਹਾਰਾਜ ਕਹਿੰਦੇ ਉਹ ਤੂੰ ਇਕੱਲਾ ਹੀ ਭੁੱਖਾ ਮਰ ਜਾਏਗਾ। ਇੰਨੇ ਜੀਵ ਜੰਤੂ ਕਿਸੇ ਨੂੰ ਭੁੱਖਾ ਨਹੀਂ ਮਰਨ ਦਿੰਦਾ, ਤੂੰ ਇਕੱਲਾ ਹੀ ਭੁੱਖਾ ਮਰ ਜਾਏਗਾ। ਹੁਣ ਉਹ ਕ੍ਰੋਧ ਵਿੱਚ ਕਿੱਥੇ ਗਿਆਨ ਧਿਆਨ ਦੀ ਗੱਲ ਸੁਣੇ। ਜ਼ਿਮੀਂਦਾਰ ਕਹਿੰਦਾ ਮੈਨੂੰ ਨਾ ਇਹ ਗਿਆਨ ਧਿਆਨ ਦੀ ਗੱਲ ਸੁਣਾ, ਮੇਰਾ ਜਾਂ ਤਾਂ ਇੱਥੇ ਜ਼ਮੀਨ ਦਾ ਹਰਜਾਨਾ ਰੱਖ ਦੇ ਫਸਲਵਾੜੀ ਦਾ, ਨਹੀਂ ਮੈਂ ਤੇਰੇ ਡੰਗਰ ਪਸ਼ੂ ਘਰ ਨੂੰ ਲੈ ਚੱਲਿਆ ਔਰ ਮੈਂ ਰਾਏ ਬੁਲਾਰ ਕੋਲ ਤੇਰੀ ਸ਼ਿਕਾਇਤ ਕਰਾਂਗਾ। ਸੁਣਿਆ ਨ ਕਹੂੰ ਦੁਤਿਆ ਕੀ ਗਾਥਾ। ਪਰ ਉਹਨੂੰ ਵਿਚਾਰੇ ਨੂੰ ਕਿੱਥੇ ਚੰਗੀ ਲੱਗਦੀ ਸੀ ਇਹ ਗੱਲ, ਉਹਨੇ ਨਹੀਂ ਗੱਲ ਸੁਣੀ। ਤਜੋ ਤੈਨ ਅਸਬਿਦ ਜਿਉ ਜਾਨੀ। ਹਾਂ ਹੁਣ ਮਹਾਰਾਜ ਕਹਿੰਦੇ ਭਾਈ ਇਉਂ ਕ੍ਰੋਧ ਨਾ ਧਾਰਨ ਕਰ, ਸਾਰੀਆਂ ਮੱਝਾਂ ਗਾਵਾਂ ਨੂੰ ਤੂੰ ਇੱਥੇ ਛੱਡ ਦੇ, ਚੱਲ ਮੈਨੂੰ ਲੈ ਚੱਲ ਜਿੱਥੇ ਤੂੰ ਲੈ ਕੇ ਜਾਣਾ ਹੈ। ਇਹਨਾਂ ਵਿਚਾਰੇ ਜੀਵਾਂ ਦਾ ਪਸ਼ੂਆਂ ਦਾ ਕੀ ਕਸੂਰ ਹੈ, ਇਹਨਾਂ ਦੇ ਕਿਉਂ ਡੰਡੇ ਮਾਰਦਾ। ਹੁਣ ਜ਼ਿਮੀਂਦਾਰ ਗੁੱਸੇ ਜਾ ਕੇ ਡੰਡੇ ਲੱਗ ਗਿਆ ਮਾਰਨ ਮੱਝਾਂ ਗਾਵਾਂ 'ਤੇ। ਮਹਾਰਾਜ ਜੀ ਦਾ ਦਿਆਲੂ ਸੁਭਾਅ ਸੀ। ਮਹਾਰਾਜ ਕਹਿੰਦੇ ਇਹ ਅਨਮੋਲ ਦੇ ਧਨ ਨੂੰ ਕਿਉਂ ਕੁੱਟਦਾ, ਚੱਲ ਮੈਨੂੰ ਲੈ ਕੇ ਚੱਲ ਤੂੰ ਜਿੱਥੇ ਜਾਣਾ ਹੈ, ਮੈਨੂੰ ਲੈ ਚੱਲ ਨਾਲ ਜਿੱਥੇ ਤੇਰਾ ਭਾਈ ਜੁਰਮਾਨਾ ਪੂਰਾ ਹੁੰਦਾ ਹੈ, ਇਹਨਾਂ ਨੂੰ ਇੱਥੇ ਛੱਡ ਦੇ। ਬੀਤੀ ਕੀ ਨਾ ਬਿਥਾਰ ਕਹਾਣੀ। ਹੁਣ ਵਿਜੋ ਕਾਰਜ ਵਿਗੜਿਆ, ਹੁਣ ਸਬਰ ਤਾਂ ਨਹੀਂ ਲੱਗਿਆ। ਸੁਨੈ ਨ ਬਚ ਬਾਰ ਹੈ ਬਹੁ ਤੇਰਾ। ਹਾਂ ਪਰ ਉਹ ਕਿੱਥੇ ਸੁਣਦਾ ਸੀ, ਉਹ ਤਾਂ ਬਾਰ-ਬਾਰ ਬਸ ਉਹੀ ਕ੍ਰੋਧ ਕਰ ਰਿਹਾ ਸੀ। ਜਿਹ ਕ੍ਰਿਸ਼ ਕੋ ਪਾ ਸ਼ੋਕ ਕਨੇਰਾ। ਭਾਈ ਫਸਲਬਾੜੀ ਚਲੋ ਹੋ ਗਿਆ, ਪਰ ਹੁਣ ਇੰਨਾ ਕ੍ਰੋਧ ਰੰਜ ਨਹੀਂ ਕਰਨਾ ਬਣਦਾ, ਗੁੱਸਾ ਨਹੀਂ ਧਾਰਨ ਕਰਨਾ ਬਣਦਾ। ਚੌਪਈ ਝਗਰਤ ਝਗਰਤ ਪਹੁੰਚੇ ਤਹਿਵਾ। ਹੁਣ ਜ਼ਿਮੀਂਦਾਰ ਕਹਿੰਦਾ ਫਿਰ ਚੱਲ ਮੇਰੇ ਨਾਲ, ਚੱਲ ਰਾਏ ਬੁਲਾਰ ਦੀ ਕਚਹਿਰੀ 'ਚ। ਉਹਨਾਂ ਡੰਗਰ ਪਸ਼ੂ ਤਾਂ ਉੱਥੇ ਛੱਡ ਦਿੱਤੇ। ਮਹਾਰਾਜ ਜੀ ਦੇ ਨਾਲ ਝਗੜਾ ਕਰਦਾ ਹੋਇਆ ਮਹਾਰਾਜ ਜੀ ਚੁੱਪ ਰਹੇ। ਝਗੜਾ ਕਰਦਾ ਕਰਦਾ ਰਾਏ ਬੁਲਾਰ ਦੇ ਕੋਲੇ ਲੈ ਗਿਆ। ਰਾਏ ਬੁਲਾਰੂ ਬੈਠਿਓ ਜਹਵਾਨ। ਹੁਣ ਰਾਏ ਬੁਲਾਰ ਜਿਵੇਂ ਸਰਪੰਚ ਬਹਿੰਦਾ, ਪੰਚਾਇਤ ਬਹਿੰਦੀ ਹੈ, ਛੋਟੇ ਛੋਟੇ ਰਾਜੇ ਹੁੰਦੇ ਉਸ ਟਾਈਮ। ਰਾਏ ਬੁਲਾਰ ਛੋਟਾ ਜਿਹਾ ਰਾਜਾ ਸੀ।
ਤਾਂ ਉਹ ਛੋਟ ਰਾਜੇ ਦੀ ਕਚਹਿਰੀ ਲੱਗੀ ਹੋਈ, ਉੱਥੇ ਪਹੁੰਚ ਗਿਆ ਜ਼ਿਮੀਂਦਾਰ ਮਹਾਰਾਜ ਜੀ ਨੂੰ ਲੈ ਕੇ। ਰਾਹਕ ਉੱਚੇ ਕੀਨ ਪੁਕਾਰੀ। ਹੁਣ ਉਹ ਤਾਂ ਉਵੇਂ ਹੀ ਬੋਲਦਾ ਸੀ ਉੱਚੀ, ਪਹਿਲਾਂ ਜਿਵੇਂ ਬੁੜਿਆਂ ਦਾ ਪਹਿਲਾਂ ਸੁਭਾਅ ਹੁੰਦਾ, ਹੁਣ ਤਾਂ ਕੁਝ ਜ਼ਮਾਨਾ ਥੋੜ੍ਹਾ ਜਿਹਾ ਠੀਕ ਹੈ ਵੀ ਹਿਸਾਬ ਸਰਦਾ ਬੋਲਦੇ ਨੇ। ਜਿਹੜੇ ਪਹਿਲੇ ਪੁਰਾਣੇ ਬਜ਼ੁਰਗ ਸੀ ਉਹ ਨਹੀਂ ਦੇਖਦੇ ਸੀ ਅੱਗਾ ਪਿੱਛਾ ਬੋਲਦੇ ਵੇ, ਉਹਨਾਂ ਦਾ ਸੁਭਾਅ ਖੁੱਲ੍ਹਾ ਡੁੱਲਾ ਹੁੰਦਾ ਸੀ। ਹੁਣ ਇਸੇ ਪ੍ਰਕਾਰ ਉਹ ਜਿਹੜਾ ਜ਼ਿਮੀਂਦਾਰ ਸੀ ਉਹਨੇ ਜਾ ਕੇ ਰਾਏ ਬੁਲਾਰ ਦੀ ਕਚਹਿਰੀ ਵਿੱਚ ਜਾ ਕੇ ਉੱਚੀ ਉੱਚੀ ਲੱਗ ਪਿਆ ਬੋਲਣ, ਮੋਹੇ ਖੇਤ ਸਭ ਦੀਨ ਉਜਾਰੀ। ਕਿ ਇਸ ਲੜਕੇ ਨੇ ਸਾਰਾ, ਮਹਿਤਾ ਕਾਲੂ ਜੀ ਪਟਵਾਰੀ ਦੇ, ਤੁਹਾਡੇ ਪਟਵਾਰੀ ਦੇ ਲੜਕੇ ਨੇ ਮੇਰਾ ਸਾਰਾ ਖੇਤ ਜਾੜ ਦਿੱਤਾ, ਡੰਗਰ ਪਸ਼ੂ ਬਾੜ ਦਿੱਤੇ ਖੇਤ 'ਚ, ਸਾਰਾ ਹੀ ਖਾ ਗਏ, ਮੋੜੇ ਨਹੀਂ। ਆਪ ਆਰਾਮ ਨਾਲ ਦਰਖਤ ਦੇ ਥੱਲੇ ਸੁੱਤਾ ਪਿਆ ਸੀ। ਇਸ ਤਰ੍ਹਾਂ ਉੱਚੀ ਉੱਚੀ ਪੁਕਾਰ ਕਰਦਾ ਜਾ ਕੇ। ਦੀਰਘ ਬਹਗੋ ਤੂਮ ਸੋ ਮੇਰੇ। ਕਹਿਣ ਲੱਗਿਆ ਮੇਰੀ ਕਣਕ ਬਹੁਤ ਚੰਗਾ ਖੇਤ ਸੀ, ਚੌੜਾ ਖੇਤ ਸੀ, ਕਹਿੰਦੇ ਲੰਬੀ ਲੰਬੀ ਕਣਕ ਹੋਈ ਪਈ ਸੀ ਮੇਰੇ ਤਾਂ। ਖਾਈ ਮਹਿਖਨ ਆਜ ਸਵੇਰੇ। ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੇ ਖੇਤ ਖਾਲੀ ਕਰ ਦਿੱਤਾ ਇਹਨਾਂ ਦੀ ਮੱਝਾਂ ਨੇ। ਤਾਤ ਦਾਹੇ ਜੋ ਤਵ ਪਟਵਾਰੀ। ਕਹਿਣ ਲੱਗਿਆ ਤੁਹਾਡੇ ਹੀ ਪਟਵਾਰੀ ਦਾ ਲੜਕਾ ਹੈ। ਰਾਏ ਬੁਲਾਰ ਨੂੰ ਕਹਿਣ ਲੱਗਿਆ ਕਿਸਾਨ, ਇਹ ਮਹਿਤਾ ਕਾਲੂ ਜੀ ਦਾ, ਤੁਹਾਡੇ ਪਟਵਾਰੀ ਦਾ ਲੜਕਾ ਹੈ। ਕਰਤ ਹਕੂਮਤ ਸੁਰਤ ਵਿਸਾਰੀ। ਤਾਂ ਇਹ ਬੇਸਮਝੀ ਦੇ ਨਾਲ ਰਹਿੰਦਾ, ਮਹਾਰਾਜ ਜੀ ਨੂੰ ਬੇਸਮਝੀ ਨਾਲ ਰਹਿੰਦਾ, ਇਹ ਸੰਸਾਰ ਦੀ ਸੁਰਤ ਨਹੀਂ ਰੱਖਦਾ, ਮਸਤ ਜੀ ਬਿਰਤੀ ਦੇ ਰਹਿੰਦਾ, ਅੱਖਾਂ ਬੰਦ ਕਰਕੇ ਬੈਠਾ ਰਹਿੰਦਾ। ਕਹਿੰਦੇ ਕੋਈ ਇਹਨਾਂ ਨੂੰ ਚੜੀ ਛਿਪੀ ਦੀ ਕੋਈ ਨੁਕਸਾਨ ਨਫੇ ਦੀ ਗੱਲ ਨਹੀਂ। ਪਹਿਲਾਂ ਤਾਂ ਮਹਿਤਾ ਕਾਲੂ ਜੀ ਦੇ ਘਰ ਦਾ ਨੁਕਸਾਨ ਕਰਦਾ ਸੀ, ਹੁਣ ਆਂਢ ਗੁਆਂਢ ਦੇ ਹੋਰ ਲੋਕਾਂ ਦਾ ਵੀ ਨੁਕਸਾਨ ਲੱਗ ਪਏ ਕਰਨ। ਇਸ ਤਰ੍ਹਾਂ ਦਾ ਹੁਣ ਰਾਏ ਬੁਲਾਰ ਨੇ ਪਹਿਲਾਂ ਤੋਂ ਪਾਧੇ ਨੂੰ ਜੋ ਗਿਆਨ ਦਿੱਤਾ, ਜਨੇਊ ਵਾਲੀ ਕਥਾ, ਕਾਜੀ ਸਾਹਿਬ ਨੇ ਵੀ ਬੜੀ ਉਪਮਾ ਕੀਤੀ ਸੀ ਰਾਏ ਬੁਲਾਰ ਕੋਲੇ। ਹੁਣ ਰਾਏ ਬੁਲਾਰ ਨੇ ਮਹਿਮਾ ਸੁਣੀ ਸੀ ਮਹਾਰਾਜ ਦੀ, ਪਰ ਅਜੇ ਤੱਕ ਰਾਏ ਬੁਲਾਰ ਦੇ ਹਿਰਦੇ ਵਿੱਚ ਪੂਰਾ ਪ੍ਰੇਮ ਨਹੀਂ ਸੀ ਜਾਗਿਆ। ਧਿਆਨ ਦੇ ਕੇ ਗੱਲ ਸੁਣਨ ਵਾਲੀ ਹੈ। ਰਾਏ ਬੁਲਾਰ ਨੇ ਸੁਣਿਆ ਸੀ ਮਹਾਰਾਜ ਜੀ ਬਾਰੇ, ਪਰ ਕਦੇ ਇਸ ਤਰ੍ਹਾਂ ਦਾ ਦਰਸ਼ਨ ਨਹੀਂ ਸੀ ਕੀਤੇ ਪਹਿਲਾਂ। ਹੁਣ ਰਾਏ ਬੁਲਾਰ ਕਹਿਣ ਲੱਗਿਆ, ਜਦੋਂ ਇਸ ਤਰ੍ਹਾਂ ਕਿਸਾਨ ਨੇ ਪੁਕਾਰ ਕੀਤੀ, ਕਰਹੋ ਤਪਾਵਸ ਭੂਪਤ ਮੇਰੋ। ਰਾਏ ਬੁਲਾਰ ਨੂੰ ਕਹਿੰਦਾ ਕਿਸਾਨ ਮੇਰਾ ਨਿਆਂ ਕਰੋ, ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ। ਨਾਤਰ ਉਜਰ ਹੈ ਨਗਰ ਸੋ ਤੇਰੋ। ਨਹੀਂ ਤਾਂ ਰਾਏ ਬੁਲਾਰ ਅੱਜ ਮੇਰਾ ਖੇਤ ਉਜੜਿਆ, ਕੱਲ੍ਹ ਨੂੰ ਅੱਖਾਂ ਬੰਦ ਕਰਕੇ ਹੋਰ ਕਿਤੇ ਬਹਿ ਜਾਣਾ, ਕਿਸੇ ਦੂਸਰੇ ਕਿਸਾਨ ਦਾ ਉਜੜੂਗਾ, ਕੱਲ੍ਹ ਨੂੰ ਤੀਸਰੇ ਦਾ ਉਜੜੂਗਾ, ਸਾਰੇ ਨਗਰ ਦੇ ਫਸਲਬਾੜੀ ਦਾ ਨੁਕਸਾਨ ਕਰ ਦੇਣਾ ਇਹਨਾਂ ਨੇ। ਤਾਂ ਇਹਨਾਂ ਨੂੰ ਤਾਂ ਹੈ ਹੀ ਨਹੀਂ ਕੋਈ, ਮੱਝਾਂ ਖੋਲ ਦਿੰਦੇ ਨੇ, ਅੱਖਾਂ ਬੰਦ ਕਰਕੇ ਬੈਠ ਜਾਂਦੇ ਨੇ। ਸ਼ਾਮ ਤੱਕ ਕਹਿੰਦੇ ਬੇਫਿਕਰੀ ਤੇ ਨਾ ਇਹਨਾਂ ਨੂੰ ਕਿਸੇ ਦਾ ਡਰ ਹੈ। ਅੱਗੋਂ ਮੈਨੂੰ ਇਹੋ ਜਿਹੀਆਂ ਗੱਲਾਂ ਕਹਿੰਦੇ ਨੇ ਵੀ ਭਾਈ ਜਿੰਨੀ ਕੁ ਤੇਰੀ ਪਰਾਲਬਧ 'ਚ ਸੀ ਉਨੀ ਕੁ ਤੈਨੂੰ ਮਿਲ ਜਾਣੀ ਹੈ। ਹੁਣ ਦੱਸੋ ਮੈਂ ਕੀ ਕਰਾਂ, ਜੋ ਮੈਂ ਇੰਨੀ ਖੇਤ ਸਿੰਚਿਆ, ਮਿਹਨਤ ਕੀਤੀ, ਫਸਲ ਪੈਦਾ ਕੀਤੀ, ਇਸ ਗੱਲ ਦਾ ਇਹਨਾਂ ਨੂੰ ਕੋਈ ਫਿਕਰ ਨਹੀਂ। ਹਾਂਜੀ, ਦਿਨ ਪ੍ਰਤ ਅਸਬਿਦ ਜੇ ਕ੍ਰਿਸ਼ੀ ਉਜਰੈ। ਹਾਂ, ਕਹਿਣ ਲੱਗੇ ਇਸੇ ਤਰ੍ਹਾਂ ਤਾਂ ਜੇ ਹਰ ਰੋਜ਼ ਇਸ ਤਰ੍ਹਾਂ ਫਸਲ ਉਜੜਦੀ ਰਹੀ, ਰਾਹਕ ਕੈਸਬ ਸਾਸਤ ਗੁਜਰੈ। ਤਾਂ ਸਾਰੇ ਕਿਸਾਨ ਕਹਿਣ ਲੱਗੇ ਫਿਰ ਕਿਵੇਂ ਬਸਣਗੇ, ਕਿਵੇਂ ਰੋਜੀ ਰੋਟੀ ਚੱਲੇਗੀ। ਰਾਏ ਬੁਲਾਰ ਤੈਨੂੰ ਕਿਵੇਂ ਟੈਕਸ ਭਰਨਗੇ, ਕੀ ਕਰ ਦੇਣਗੇ ਤੈਨੂੰ, ਤੇਰਾ ਵੀ ਨੁਕਸਾਨ ਹੋਵੇਗਾ। ਸੁਨਤ ਰਾਏ ਉਰ ਰਿਸ ਪਰ ਸਰੂਖਾ। ਹੁਣ ਰਾਏ ਬੁਲਾਰ ਜੀ ਪੂਰੀ ਗੱਲਬਾਤ ਸੁਣ ਕੇ ਜਦੋਂ ਤਾਂ ਮਹਾਰਾਜ ਜੀ ਦੇ ਚਿਹਰੇ ਵੱਲ ਦੇਖਦੇ ਨੇ ਤਾਂ ਰਾਏ ਬੁਲਾਰ ਨੂੰ ਖਿੱਚ ਪੈਂਦੀ ਅੰਦਰੋਂ। ਹੁਣ ਉਹ ਮਹਾਰਾਜ ਜੀ ਦਾ ਪੁਰਾਣਾ ਭਗਤ ਹੈ, ਅੱਗੇ ਜਾ ਕੇ ਸਾਖੀ ਆਵੇਗੀ। ਰਾਏ ਬੁਲਾਰ ਇੱਕ ਥਾਂ ਮਹਾਰਾਜ ਜੀ ਮਹਿਤਾ ਕਾਲੂ ਜੀ ਚਪੇੜਾ ਮਾਰਦੇ ਨੇ ਮਹਾਰਾਜ ਜੀ 'ਤੇ। ਰਾਏ ਬੁਲਾਰ ਕਹਿੰਦਾ ਮਹਿਤਾ ਕਾਲੂ ਜੀ ਤੈਂ ਨਾਨਕ ਜੀ ਦੇ ਚਪੇੜਾ ਨਹੀਂ ਸੀ ਮਾਰਨੀਆਂ, ਜਿੰਨਾ ਤੇਰਾ ਨੁਕਸਾਨ ਹੋ ਗਿਆ ਮੇਰੇ ਤੋਂ ਲੈ ਲੈਂਦੇ ਤਾਂ ਚੰਗਾ ਮੇਰੇ ਚਪੇੜਾ ਮਾਰ ਦਿੰਦਾ, ਪਰ ਮੇਰੇ ਨਾਨਕ ਦੇ ਨਾ ਮਾਰੀ। ਦੇਖੋ ਹਾਲਾਂਕਿ ਉਹ ਮੁਸਲਮਾਨ ਸੀ ਰਾਏ ਬੁਲਾਰ, ਪਰ ਉਹਨੂੰ ਇੰਨੀ ਸ਼ਰਧਾ ਹੋ ਗਈ ਸੀ ਮਹਾਰਾਜ ਜੀ ਦੇ। ਹਾਕਮ ਰਾਜਾ ਸੀ ਉਸ ਟਾਈਮ ਦਾ ਮਹਾਰਾਜ ਜੀ ਦੇ। ਅੰਤਲੇ ਸਮੇਂ ਵੀ ਰਾਏ ਬੁਲਾਰ ਕਹਿੰਦਾ ਸੀ ਮਹਾਰਾਜ ਮੇਰੇ ਨਾਲ ਵਾਅਦਾ ਕਰੋ ਵੀ ਜਦੋਂ ਮੇਰਾ ਅੰਤਲਾ ਸਮਾਂ ਆਵੇਗਾ ਨਾ ਤੁਹਾਡੀ ਗੋਦੀ ਵਿੱਚ ਮੇਰਾ ਸਿਰ ਹੋਵੇ, ਮੈਂ ਤੁਹਾਨੂੰ ਦੇਖਦੇ ਦੇਖਦੇ ਪ੍ਰਾਣ ਛੱਡਾਂ। ਬਹੁਤ ਪ੍ਰੇਮਮਈ ਕਥਾ ਰਾਏ ਬੁਲਾਰ ਨਾਲ ਅੱਗੇ ਅੱਗੇ ਚੱਲਣੀ ਹੈ। ਹੁਣ ਰਾਏ ਬੁਲਾਰ ਦੇ ਪਹਿਲੇ ਦਿਨ ਹੈ। ਰਾਏ ਬੁਲਾਰ ਕਹਿਣ ਲੱਗਿਆ ਹੇਰਤ ਬੋਲਿਓ ਮੁਖ ਤੇ ਪਰੁਖਾ। ਤੇ ਇਸ ਤਰ੍ਹਾਂ ਕਰਕੇ ਕਿਸਾਨ ਵੱਲ ਦੇਖ ਕੇ, ਮਹਾਰਾਜ ਜੀ ਵੱਲ ਨਹੀਂ, ਕਿਸਾਨ ਵੱਲ ਦੇਖ ਕੇ ਹਾਕਮ ਬੋਲਿਆ। ਕਹਿਣ ਲੱਗੇ ਰਾਏ ਬੁਲਾਰ ਬੜੇ ਕਠੋਰ ਵਚਨਾਂ ਵਿੱਚ ਬੋਲਿਆ ਕਿ ਕਿਉਂ ਤੂੰ ਇੰਨਾ ਰੌਲਾ ਪਾਇਆ।
ਠੀਕ ਹੈ, ਇਹਨਾਂ ਦਾ ਮਸਤ ਸੁਭਾਅ ਹੈ, ਇਹਨਾਂ ਨੂੰ ਜੱਗ ਦੇ ਬਹੁਤਾ ਨਫੇ ਨੁਕਸਾਨ ਦਾ ਨਹੀਂ ਪਤਾ, ਪਰ ਤੈਨੂੰ ਇੰਨਾ ਗੁੱਸਾ ਕਰਨਾ ਨਹੀਂ ਬਣਦਾ। ਮੈਂ ਹੁਣ ਇਹਨਾਂ ਦੇ ਪਿਤਾ ਨੂੰ ਬੁਲਾ ਕੇ ਜਿੰਨਾ ਤੇਰਾ ਨੁਕਸਾਨ ਹੈ ਤੈਨੂੰ ਦਬਾ ਦਿੰਦਾ, ਪਰ ਇੰਨਾ ਚੀਖ ਚਿਕਈਆ ਕਰਨ ਦਾ ਕੀ ਲੋੜ ਹੈ। ਕਿਸਾਨ ਹੋਰ ਹੈਰਾਨ ਹੋ ਗਿਆ ਵੀ ਮੈਂ ਨਾਲ ਇੱਕ ਸ਼ਿਕਾਇਤ ਲੈ ਕੇ ਆਇਆ, ਇਹਨਾਂ ਨੂੰ ਕੁਛ ਕਹਿ ਨਹੀਂ ਰਹੇ। ਹੁਣ ਰਾਏ ਬੁਲਾਰ ਵਿਚਾਰਾ ਕਿੱਥੋਂ ਕਹਿ ਸਕਦਾ ਸੀ। ਹੁਣ ਭਗਤ ਦੇ ਅੰਦਰੋਂ ਤਾਂ ਜਨਮ ਜਨਮ ਦੀ ਸੋਈ ਹੋਈ ਭਗਤੀ ਨੇ ਜਾਗਣਾ ਹੈ, ਉਹਦੇ ਅੰਦਰ ਗਿਆਨ ਨੇ ਪ੍ਰਗਟ ਹੋਣਾ ਹੈ। ਉਹਨੂੰ ਤਾਂ ਮਹਾਰਾਜ ਦਾ ਦਰਸ਼ਨ ਕਰਨ ਦੇ ਨਾਲ ਖਿੱਚ ਪੈਣੀ ਸ਼ੁਰੂ ਹੋ ਗਈ, ਉਹਦੇ ਅੰਦਰੋਂ ਪ੍ਰੇਮ ਜਾਗਦਾ ਮਹਾਰਾਜ ਜੀ ਦੇ ਦਰਸ਼ਨ ਕਰਕੇ। ਹਾਂਜੀ, ਸਭ ਕੋ ਡਰ ਉਰ ਦੀਨ ਨਿਵਾਰੇ। ਤਾਂ ਕਹਿਣ ਲੱਗੇ ਕੋਈ ਗੱਲ ਨਹੀਂ, ਤੇਰਾ ਨੁਕਸਾਨ ਹੋ ਗਿਆ, ਮੈਂ ਮਹਿਤਾ ਕਾਲੂ ਜੀ ਨੂੰ ਬੁਲਵਾਨਾ ਕਚਹਿਰੀ ਦੇ ਵਿੱਚ, ਤੇ ਤੈਨੂੰ ਜਿਹੜਾ ਤੇਰਾ ਨੁਕਸਾਨ ਹੋਇਆ ਇਹਦਾ ਸਾਰਾ ਹੀ ਤੈਨੂੰ ਜਿਹੜਾ ਹੈ ਉਹ ਆਪਣਾ ਜੁਰਮਾਨਾ ਜਿਹੜਾ ਤੈਨੂੰ ਮਿਲ ਜਾਵੇਗਾ। ਹੁਣ ਫਿਰ ਮਹਿਤਾ ਕਾਲੂ ਜੀ ਨੂੰ ਬੁਲਾਇਆ ਜਾਂਦਾ ਹੈ। ਮਹਿਤਾ ਕਾਲੂ ਜੀ ਨੂੰ ਜਾ ਕੇ ਕਿਹਾ, ਰਾਏ ਬੁਲਾਰ ਦੇ ਨੌਕਰ ਨੇ ਜੀ, ਤੁਹਾਨੂੰ ਰਾਏ ਬੁਲਾਰ ਜੀ ਨੇ ਬੁਲਾਇਆ ਹੈ। ਮਹਿਤਾ ਕਾਲੂ ਜੀ ਕਹਿੰਦੇ ਕੀ ਕੰਮ ਹੈ? ਕਹਿੰਦੇ ਤੁਹਾਡੇ ਪੁੱਤਰ ਨੇ ਪਸ਼ੂ ਖੁੱਲੇ ਛੱਡ ਕੇ ਇੱਕ ਕਿਸਾਨ ਦਾ ਸਾਰਾ ਖੇਤ ਜਾੜ ਦਿੱਤਾ, ਇਸ ਕਰਕੇ ਸ਼ਿਕਾਇਤ ਹੋਈ ਹੈ। ਮਹਿਤਾ ਕਾਲੂ ਜੀ ਤਾਂ ਹੋਰ ਗੁੱਸੇ ਵਿੱਚ ਚੜ੍ਹ ਗਏ, ਕਹਿਣ ਲੱਗੇ ਮੈਨੂੰ ਬਸ ਇਹੀ ਉਮੀਦ ਸੀ ਵੀ ਕਿਸੇ ਪਾਸੇ ਮੈਂ ਮਾੜਾ ਜਿਹਾ ਖੁਸ਼ ਹੋਇਆ ਸੀ ਵੀ ਪੂਰੀ ਪਾ ਦੇਣਗੇ, ਉੱਥੇ ਵੀ ਨਹੀਂ ਪੂਰੀ ਪਾਈ। ਖੈਰ ਕਚਹਿਰੀ ਦੇ ਵਿੱਚ ਆ ਗਏ। ਰਾਏ ਬੁਲਾਰ ਕਹਿਣ ਲੱਗਿਆ, ਮਹਿਤਾ ਕਾਲੂ ਜੀ ਜਦੋਂ ਤੁਹਾਨੂੰ ਪਤਾ ਹੈ ਤੁਹਾਡਾ ਲੜਕਾ ਮਸਤਾਨੀ ਬਿਰਤੀ ਦਾ ਮਾਲਕ ਹੈ, ਇਹ ਦੁਨੀਆ ਦੇ ਕਾਰ ਵਿਹਾਰ ਦੇ ਵਿੱਚ ਬਹੁਤਾ ਧਿਆਨ ਨਹੀਂ ਦਿੰਦੇ, ਤੁਸੀਂ ਕਿਉਂ ਇਹਨਾਂ ਨੂੰ ਮੱਝਾਂ ਗਾਵਾਂ ਦੇ ਕੇ ਤੋਰਿਆ? ਹੁਣ ਦੇਖੋ ਕਿਸਾਨ ਦਾ ਨੁਕਸਾਨ ਹੋ ਗਿਆ, ਇਹ ਕਿਸਾਨ ਫਰਿਆਦ ਕਰਦਾ ਹੈ, ਇਹਦੀ ਫਸਲ ਉਜੜ ਗਈ ਹੈ। ਪਿਤਾ ਜੀ ਵੀ ਗੁੱਸੇ ਵਿੱਚ ਆ ਗਏ, ਕਿਸਾਨ ਵੀ ਬੋਲਦਾ ਹੈ ਤੇ ਰਾਏ ਬੁਲਾਰ ਵੀ ਇਨਸਾਫ ਕਰਦਾ ਹੈ। ਹੁਣ ਮੁਖਾਰਬਿੰਦ ਤੋਂ ਬਚਨ ਉਚਾਰਨ ਕੀਤੇ, ਪਿਤਾ ਜੀ ਜਦੋਂ ਇਹਦਾ ਕੋਈ ਨੁਕਸਾਨ ਹੀ ਨਹੀਂ ਹੋਇਆ ਆਪਾਂ ਜੁਰਮਾਨਾ ਕਿਸ ਗੱਲ ਦਾ ਭਰੀਏ? ਕਿਸਾਨ ਕਹਿੰਦਾ ਮੈਂ ਝੂਠ ਬੋਲਦਾ, ਨੁਕਸਾਨ ਕਿਉਂ ਨਹੀਂ ਮੇਰਾ ਹੋਇਆ? ਜਾ ਕੇ ਦੇਖੋ ਮੇਰਾ ਖੇਤ ਸਾਰਾ ਉਜੜ ਗਿਆ। ਤਾਂ ਪਿਤਾ ਜੀ ਕਹਿੰਦੇ, ਹੇ ਗੁਰੂ ਨਾਨਕ, ਹੇ ਨਾਨਕ ਜੀ ਸੱਚ ਬੋਲੋ, ਖੇਤ ਜਾੜਿਆ ਕਿ ਨਹੀਂ ਜਾੜਿਆ? ਇਹ ਝੂਠ ਤਾਂ ਨਹੀਂ ਬੋਲਦਾ। ਮਹਾਰਾਜ ਕਹਿੰਦੇ ਜਾ ਕੇ ਦੇਖ ਲਓ। ਖੈਰ ਰਾਏ ਬੁਲਾਰ ਦੇ ਮਨ ਵਿੱਚ ਸ਼ੰਕਾ ਪੈ ਗਿਆ ਕਿ ਜੇ ਕਹਿੰਦੇ ਨੇ ਤਾਂ ਜਾ ਕੇ ਇੱਕ ਵਾਰ ਦੇਖ ਲੈਣਾ ਚਾਹੀਦਾ। ਬੰਦਾ ਭੇਜਿਆ, ਜਾ ਕੇ ਦੇਖਿਆ, ਕਹਿੰਦੇ ਜੀ ਖੇਤ ਤਾਂ ਉਵੇਂ ਹਰਾ ਭਰਿਆ, ਕੌਣ ਕਹਿੰਦਾ ਨੁਕਸਾਨ ਹੋ ਗਿਆ? ਨੌਕਰ ਨੇ ਆ ਕੇ ਰਾਏ ਬੁਲਾਰ ਨੂੰ ਕਿਹਾ, ਕਿਸਾਨ ਕਹਿੰਦਾ ਜੀ ਮੇਰੇ ਨਾਲ ਚੱਲੋ। ਰਾਏ ਬੁਲਾਰ ਜੀ ਮਹਿਤਾ ਕਾਲੂ ਜੀ ਨੂੰ ਨਾਲ ਲਿਆ, ਮਹਾਰਾਜ ਜੀ ਨੂੰ ਨਾਲ ਲਿਆ, ਮਹਾਰਾਜ ਜੀ ਨੂੰ ਚਲੋ ਮੇਰੇ ਨਾਲ ਖੇਤ 'ਚ। ਸਾਰੇ ਪਹੁੰਚ ਕੇ ਖੇਤ 'ਚ, ਜਦੋਂ ਅੱਗੇ ਖੇਤ ਦੇਖਿਆ ਸਾਰਾ ਹਰਿਆ ਭਰਿਆ ਉਵੇਂ ਹੀ। ਕਿਸਾਨ ਆਲੇ ਦੁਆਲੇ ਦੇਖਦਾ ਵੀ ਮੇਰੇ ਨਾਲ ਬਣ ਕੀ ਗਿਆ। ਮਹਾਰਾਜ ਜੀ ਮੁਸਕਰਾਉਂਦੇ ਨੇ। ਕਿਸਾਨ ਕਹਿੰਦਾ ਮੈਂ ਹੁਣੇ ਦੇਖ ਕੇ ਗਿਆ, ਮੈਂ ਖੁਦ ਮੱਝਾਂ ਗਾਵਾਂ ਕੱਢੀਆਂ ਨੇ ਡੰਡੇ ਮਾਰ ਕੇ, ਤੇ ਇਹ ਤਾਂ ਬੜੀ ਅਚੰਭੀ ਗੱਲ ਹੈ। ਰਾਏ ਬੁਲਾਰ ਦੇ ਅੰਦਰੋਂ ਪ੍ਰੇਮ ਜਾਗ ਪਿਆ ਉਹਦਣੇ ਵੀ ਜਿੰਨਾ ਮੈਂ ਸੁਣਿਆ ਸੀ ਬਾਕੀ ਉਹ ਗੱਲ ਹੈ। ਖੈਰ ਮਹਿਤਾ ਕਾਲੂ ਜੀ ਕਹਿੰਦੇ ਤੁਸੀਂ ਐਵੇਂ ਮੇਰੇ ਲੜਕੇ ਦੇ ਉੱਪਰ ਚੀਖ ਰਹੇ ਸੀ, ਤੇਰਾ ਕੋਈ ਨੁਕਸਾਨ ਤਾਂ ਹੋਇਆ ਨਹੀਂ, ਫਸਲ ਤਾਂ ਤੇਰੀ ਠੀਕ ਹੈ। ਖੈਰ ਵਿਚਾਰਾ ਕਿਸਾਨ ਉਸ ਦਿਨ ਬੜਾ ਹੈਰਾਨ ਹੋਇਆ, ਬੜਾ ਹੈਰਾਨ ਹੋਇਆ। ਰਾਏ ਬੁਲਾਰ ਜੀ ਵੀ ਵਾਪਸ ਆ ਗਏ, ਮਹਾਰਾਜ ਜੀ ਵੀ ਆਪਣੀ ਮੱਝਾਂ ਗਾਵਾਂ ਉੱਥੇ ਹੀ ਸਨ ਖੇਤ ਵਿੱਚ, ਹੱਕ ਕੇ ਸਾਰੇ ਘਰ ਨੂੰ ਆ ਗਏ। ਸੋ ਇਸ ਤਰ੍ਹਾਂ ਕਰਕੇ ਇਹ ਸਾਰੀ ਚਰਚਾ ਫੈਲ ਗਈ। ਕਿਸਾਨ ਕਹਿੰਦਾ ਵੀ ਮੈਂ ਆਪਣੇ ਅੱਖੀ ਦੇਖਿਆ। ਨੇੜੇ ਤੇੜੇ ਦੇ ਕਿਸਾਨ ਹੋਰ ਵੀ ਕਹਿਣ ਲੱਗੇ ਅਸੀਂ ਵੀ ਦੇਖਿਆ ਵੀ ਮੱਝਾਂ ਤਾਂ ਵੱਢ ਰਹੀਆਂ ਸੀ, ਨੁਕਸਾਨ ਵੀ ਹੋਏ ਤੇ ਚੱਲ ਰਹੀਆਂ, ਮੈਂ ਵੀ ਦੇਖਿਆ, ਪਰ ਇਹ ਗੱਲ ਕੀ ਬਣੀ ਵੀ ਇਹ ਤਾਂ ਫਸਲ ਬੜੀ ਉਵੇਂ ਕਿਵੇਂ ਹੋ ਗਈ? ਐਸੀ ਅਚੰਭ ਮਾਇਆ ਮਹਾਰਾਜ ਜੀ ਹਰ ਵੇਲੇ ਵਰਤਾਉਂਦੇ ਰਹਿੰਦੇ। ਇਸ ਤਰ੍ਹਾਂ ਫਿਰ ਮਹਾਰਾਜ ਜੀ ਨੇ ਜਸ ਸਾਰੇ ਪਾਸੇ ਫੈਲ ਗਿਆ। ਰਾਏ ਬੁਲਾਰ ਦੇ ਅੰਦਰ ਸ਼ਰਧਾ ਪਰ ਹੋ ਗਈ। ਖੈਰ ਫਿਰ ਮਹਾਰਾਜ ਜੀ ਨੇ ਕਿਸਾਨ 'ਤੇ ਵੀ ਕਿਰਪਾ ਕਰ ਦਿੱਤੀ। ਕਹਿੰਦੇ ਭਾਈ ਪਰਮੇਸ਼ਰ 'ਤੇ ਭਰੋਸਾ ਰੱਖਣਾ ਚਾਹੀਦਾ, ਉਹਦਾ ਨਾਮ ਜਪਣਾ ਚਾਹੀਦਾ, ਉਹਦੇ ਭਰੋਸਾ ਰੱਖੋਗੇ ਕਦੇ ਨੁਕਸਾਨ ਨਹੀਂ ਹੋਵੇਗਾ। ਪ੍ਰੇਮ ਨਾਲ ਰਹਿਣਾ ਚਾਹੀਦਾ, ਕ੍ਰੋਧ ਧਾਰਨ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਉਪਦੇਸ਼ ਦੇ ਕੇ ਫਿਰ ਉਹ ਕਿਸਾਨ ਦੀ ਵੀ ਕਲਿਆਣ ਕੀਤੀ ਔਰ ਰਾਏ ਬੁਲਾਰ ਦੇ ਅੰਦਰ ਵੀ ਸ਼ਰਧਾ ਜਾਗ ਪਈ।
ਪਿਤਾ ਜੀ ਦੇ ਨਾਲ ਘਰ ਨੂੰ ਆ ਜਾਂਦੇ। ਸੋ ਇਸ ਤਰ੍ਹਾਂ ਇਹ ਸਾਖੀ ਇੱਥੋਂ ਤੱਕ ਪੂਰਨ ਹੁੰਦੀ ਹੈ। ਕੱਲ੍ਹ ਨੂੰ ਵੀ ਸੱਪ ਨੇ ਕਿਵੇਂ ਛਾਂ ਕੀਤੀ, ਰਾਏ ਬੁਲਾਰ ਜੀ ਨੇ ਦੇਖਿਆ, ਹੋਰ ਰਾਏ ਬੁਲਾਰ ਦੇ ਅੰਦਰ ਸ਼ਰਧਾ ਪ੍ਰੇਮ ਜਾਗ ਪਏਗਾ। ਇਹ ਸਾਖੀ ਹੁਣ ਕੱਲ੍ਹ ਨੂੰ ਆਵੇਗੀ। ਇੱਥੇ ਹੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।